ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਿਸ ਕੇ ਸਿਰ ਉਪਰ ਤੂੰ ਸੁਆਮੀ, ਸੋ ਦੁਖ ਕੈਸਾ ਪਾਵੀ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨ ਆਵੇ। ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨ ਆਵੇ ਨਿਰੇ। ਸੋ ਕਹੋ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਈ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਈ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ, ਸਾਜੀ ਨਵਾਜੀ ਸਾਧ ਸੰਗਤ ਜੀ, ਅੱਜ ਆਪਾਂ ਸੁਖਮਨੀ ਸਾਹਿਬ ਜੀ ਦੀ ਬਾਣੀ, ਜੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਚਾਰੀ ਗਈ ਹੈ, ਔਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਬਾਏਮਾਨ ਹੈ ਇਹ ਬਾਣੀ। ਔਰ ਗੁਰੂ ਸਾਹਿਬਾਨ ਇਸ ਬਾਣੀ ਦੇ ਵਿੱਚ ਆਪਾਂ ਨੂੰ ਕੀ ਉਪਦੇਸ਼ ਦਿੰਦੇ ਨੇ, ਕੀ ਫਰਮਾਨ ਕਰਦੇ ਨੇ, ਆਪਾਂ ਲੜੀਵਾਰ ਇਸ ਬਾਣੀ ਦੀ ਜਿਹੜੀ ਵਿਆਖਿਆ ਕਰਦੇ ਆ ਰਹੇ ਹਾਂ, ਵਿਚਾਰਾਂ ਕਰਦੇ ਆ ਰਹੇ ਹਾਂ। ਆਪਣੀ ਜਿਹੜੀ ਮਤ ਦੇ ਨਾਲ, ਤੁਸ਼ ਬੁੱਧੀ ਦੇ ਨਾਲ ਆਪਾਂ ਜਿਹੜੀ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਇਹਦੇ ਜਿਹੜੇ ਸ਼ਬਦ ਅਰਥ ਕਰ ਰਹੇ ਹਾਂ। ਸੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣ। ਇਸੇ ਤਰ੍ਹਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਸਾਡੇ ਕੋਲੋਂ ਸ਼ਬਦ ਅਰਥ ਜਿਹੜੇ ਆ ਕਰਵਾਉਂਦੇ ਰਹਿਣ। ਆਪਾਂ ਸਭ ਸੰਗਤਾਂ ਜਿਹੜੀਆਂ ਮਿਲ ਬੈਠ ਕੇ ਗੁਰੂ ਸਾਹਿਬ ਦੇ ਜਿਹੜੇ ਸ਼ਬਦਾਂ ਦੀ ਵਿਚਾਰ ਕਰੀਏ ਕਿ ਗੁਰੂ ਸਾਹਿਬਾਨਾਂ ਨੇ ਸਾਨੂੰ ਜਿਹੜਾ ਵਾ ਗੁਰਬਾਣੀ ਦੇ ਵਿੱਚ ਕੀ ਸੰਦੇਸ਼ ਦਿੱਤਾ ਵਾ, ਕੀ ਉਪਦੇਸ਼ ਦਿੱਤਾ ਵਾ, ਔਰ ਉਹਨਾਂ ਨੂੰ ਉਪਦੇਸ਼ਾਂ ਨੂੰ ਆਪਣੇ ਹਿਰਦੇ ਵਿੱਚ ਆਪਾਂ ਵਸਾ ਕੇ ਆਪਣੇ ਅਮਲੀ ਜੀਵਨ ਦੇ ਵਿੱਚ ਜਿਹੜਾ ਲਿਆਉਣਾ, ਇਹਨਾਂ ਉਪਦੇਸ਼ਾਂ ਨੂੰ ਅਪਣਾਉਣਾ ਵਾ। ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਸੋ ਬਾਣੀ ਜਿਹੜੀ ਆ ਇਹ ਗੁਰੂ ਰੂਪ ਆ। ਬਾਣੀ ਨੂੰ ਪੜ੍ਹਨਾ ਜਿਹੜਾ ਵਾ ਅਤੇ ਜਿੱਥੇ ਨਾਲ ਸੁਣਨਾ, ਉਹਦੇ ਨਾਲ ਨਾਲ ਇਹਨੂੰ ਸਮਝਣਾ, ਵਿਚਾਰਨਾ, ਇਹਦੇ ਅਰਥ ਜਿਹੜੇ ਆ ਉਹਨਾਂ ਨੂੰ ਜਿਹੜਾ ਸਮਝਣਾ ਹੋਰ ਵੀ ਜ਼ਿਆਦਾ ਆਪਣੇ ਲਈ ਜ਼ਰੂਰੀ ਹੈ। ਆਪਾਂ ਲੜੀਵਾਰ ਜਿਹੜੀ ਕਥਾ ਜਿਹੜੀ ਆ ਸੁਖਮਨੀ ਸਾਹਿਬ ਜੀ ਦੀ ਉਹ ਕਰਦੇ ਆ ਰਹੇ ਹਾਂ। 11 ਅਸ਼ਟਪਦੀਆਂ ਜਿਹੜੀਆਂ ਆਪਾਂ ਮੁਕੰਮਲ ਕਰ ਚੁੱਕੇ ਹਾਂ। ਅੱਜ ਆਪਾਂ 12ਵੀਂ ਅਸ਼ਟਪਦੀ ਜਿਹੜੀ ਆ ਉਹਦੀਆਂ ਵਿਚਾਰਾਂ ਕਰਾਂਗੇ। ਭਾਗ ਪਹਿਲੇ ਦੇ ਵਿੱਚ ਕਿ ਗੁਰੂ ਸਾਹਿਬਾਨ ਸਾਨੂੰ ਜਿਹੜੇ ਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕੀ ਉਪਦੇਸ਼ ਦਿੰਦੇ ਨੇ, ਔਰ ਆਪਾਂ ਆਪਣੀ ਜਿਹੜੀ ਮੱਤ ਦੇ ਮੁਤਾਬਕ ਗੁਰੂ ਸਾਹਿਬਾਨ ਸਾਨੂੰ ਸਮੱਤ ਬਖਸ਼ਣ, ਹਿੰਮਤ ਬਖਸ਼ਣ, ਬਲ ਬਖਸ਼ਣ, ਬੁੱਧ ਬਖਸ਼ਣ। ਸਾਰੇ ਜਾਣੇ ਗੁਰੂ ਨਾਲ ਜੁੜ ਕੇ ਰਹੀਏ ਅਤੇ ਗੁਰੂ ਦੀ ਜਿਹੜੀ ਸਿੱਖਿਆ 'ਤੇ ਚੱਲ ਕੇ ਆਪਣਾ ਜੀਵਨ ਜਿਹੜਾ ਸਫਲ ਕਰੀਏ। ਕਿਉਂਕਿ ਇਹ ਜੀਵਨ ਜਿਹੜਾ ਵਾ ਬੜਾ ਵਡਮੁੱਲਾ ਵਾ, ਕਿ ਇਹ ਜੀਵਨ ਜਿਹੜਾ ਵਾ ਇੱਕ ਵਾਰੀ ਮਿਲਿਆ ਵਾ ਆਪਾਂ ਨੂੰ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਤੇਰੀ ਬਰੀਆ।
ਗੁਰੂ ਸਾਹਿਬਾਨ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿ ਇਹ ਜਿਹੜੀ ਜੇ ਆਪਣੀ ਵਾਰੀ ਆ ਇਸ ਜੀਵਨ ਦੇ ਵਿੱਚ ਮਨੁੱਖਾ ਜਨਮ ਜਿਹੜਾ ਵਾ ਇਹ ਛੇਤੀ ਕੀਤਿਆਂ ਨਹੀਂ ਮਿਲਦਾ ਔਰ ਇਹ ਬੜੀ ਦੁਰਲੱਭ ਦੇਹ ਆ। ਅਤੇ ਇਸ ਕਰਕੇ ਜਿਹੜਾ ਵਾ ਇਸ ਜਿਹੜੀ ਦੇਹੀ ਦੇ ਵਿੱਚ ਹੀ ਮਨੁੱਖਾ ਸਰੀਰ ਦੇ ਵਿੱਚ ਹੀ ਆਪਾਂ ਜਿਹੜਾ ਵਾ ਨਾਮ ਜਪ ਕੇ ਪਰਮਾਤਮਾ ਨੂੰ ਪਾ ਸਕਦੇ ਹਾਂ, ਹਰੀ ਦੇ ਗੁਣ ਗਾ ਸਕਦੇ ਹਾਂ, ਪਰਮੇਸ਼ਰ ਦੇ ਜਿਹੜੇ ਗੁਣ ਗਾ ਕੇ ਆਪਣਾ ਜੀਵਨ ਜਿਹੜਾ ਸਵਾਰ ਸਕਦੇ ਹਾਂ। ਔਰ ਗੁਰੂ ਦੇ ਜਿਹੜੇ ਗੁਣ ਆ, ਜਿਹੜੇ ਗੁਰੂ ਦਾ ਜਸ ਆ, ਜਿਹੜਾ ਪਰਮਾਤਮਾ ਦਾ ਜਿਹੜਾ ਜਸ ਆ, ਜਿਹੜੇ ਉਹਦੇ ਗੁਣ ਆ ਉਹ ਆਪਾਂ ਗਾਉਣੇ ਆ। ਅਤੇ ਗੁਰੂ ਸਾਹਿਬਾਨਾਂ ਨੇ ਸਾਨੂੰ ਇਸ ਜਿਹੜੀ ਅਸ਼ਟਪਦੀ ਦੇ ਵਿੱਚ 12ਵੀਂ ਅਸ਼ਟਪਦੀ ਦੇ ਵਿੱਚ ਕੀ ਉਪਦੇਸ਼ ਦਿੱਤਾ ਵਾ ਉਹਦੇ ਬਾਰੇ ਆਪਾਂ ਅੱਜ ਵਿਚਾਰਾਂ ਕਰਨੀਆਂ ਵਾ। ਔਰ ਸਾਰੇ ਜਾਣੇ ਜਿਹੜੇ ਆ ਉਹ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬਾਨ ਫਰਮਾਉਂਦੇ ਆ, ਸ਼ਲੋਕ ਆਉਂਦਾ ਆਰੰਭ ਦੇ ਵਿੱਚ, ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅੰਕਾਰੀਆ ਨਾਨਕ ਗਰਭ ਗਲੇ। ਗੁਰੂ ਸਾਹਿਬਾਨ ਫਰਮਾਉਂਦੇ ਨੇ ਕਿ ਜਿਹੜੇ ਗਰੀਬ ਆ ਸੁਭਾਅ ਵਾਲੇ, ਜਿਹੜੇ ਗਰੀਬੀ ਸੁਭਾਅ ਵਾਲੇ ਨਿਮਰਤਾ ਵਾਲੇ ਮਨੁੱਖ ਜਿਹੜੇ ਆ ਉਹ ਸੁਖੀ ਰਹਿੰਦੇ ਆ, ਸੁਖੀ ਵਸਦੇ ਹੋ। ਜਿਨ੍ਹਾਂ ਦੇ ਮਨ ਵਿੱਚ ਨਿਮਰਤਾ ਵਾ, ਮਿਠਾਸ ਆ, ਜਿਨ੍ਹਾਂ ਦੇ ਵਿੱਚ ਮੈਂ ਨਹੀਂ ਹੈਗੀ, ਮੈਂ ਦੀ ਜਗ੍ਹਾ ਤੂੰ ਆ, ਪਰਮਾਤਮਾ ਵਾ। ਕਬੀਰ ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਇਸ ਕਰਕੇ ਜਿੰਨਾ ਕੁਛ ਵੀ ਉਹਨਾਂ ਦੇ ਕੋਲ ਹੁੰਦਾ ਵਾ ਉਹ ਕਹਿੰਦੇ ਇਹ ਪਰਮਾਤਮਾ ਦਾ ਹੀ ਆ, ਸਾਡਾ ਕੁਛ ਨਹੀਂ। ਠੀਕ ਆ, ਉਹ ਦੁਨਿਆਵੀ ਵਸਤਾਂ ਦਾ ਆਨੰਦ ਲੈਂਦੇ ਆ, ਭੋਗਦੇ ਆ, ਗੁਰਮਰਿਆਦਾ ਦੇ ਅਨੁਸਾਰ ਆਪਣਾ ਜੀਵਨ ਜਿਹੜਾ ਵਾ ਬਸਰ ਕਰਦੇ ਆ ਔਰ ਗੁਰੂ ਦੀ ਸਿੱਖਿਆ ਮੁਤਾਬਕ ਚੱਲਦੇ ਆ ਔਰ ਨਿਮਰਤਾ ਵਾਲਾ ਜਿਹੜਾ ਸੁਭਾਅ ਰੱਖ ਕੇ ਆਪ ਵੀ ਸੁਖੀ ਰਹਿੰਦੇ ਆ ਅਤੇ ਦੂਜਿਆਂ ਨੂੰ ਵੀ ਸੁਖੀ ਰੱਖਦੇ ਆ। ਮਸਕੀਨੀਆਂ ਤੋਂ ਭਾਵ ਆ ਜਿਹੜਾ ਗਰੀਬੀ ਸੁਭਾਅ ਵਾਲਾ, ਜਿਹੜਾ ਨਿਮਰਤਾ ਵਾਲਾ ਵਾ। ਔਰ ਆਪ ਤੋਂ ਜਿਹੜਾ ਵਾ ਆਪ ਤੋਂ ਭਾਵ ਆਪਣੇ ਭਾਵ ਨੂੰ, ਆਪਣੀ ਜਿਹੜੀ ਆ ਹਉਮੈ ਨੂੰ ਜਿਹੜਾ ਤਿਆਗ ਦੇਣਾ। ਅਤੇ ਨਿਵਾਰ ਤੋਂ ਭਾਵ ਹੁੰਦਾ ਦੂਰ ਕਰਨਾ। ਤਲੇ ਤੋਂ ਭਾਵ ਕਿ ਜਿਹੜੀ ਆ ਥੱਲੇ ਸੁੱਟ ਦੇਣੀ ਜਾਂ ਢਾਹ ਖਾ ਲਈ। ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ, ਆਪਣਾ ਆਪ ਜਿਹੜਾ ਉਹਨਾਂ ਨੇ ਮਿਟਾਤਾ, ਆਪਣੇ ਆਪ ਨੂੰ ਜਿਹੜੀ ਆ ਉਹਨਾਂ ਨੇ ਜਿਹੜਾ ਆਪਣੇ ਵਿੱਚ ਜਿਹੜਾ ਉਹਨਾਂ ਦੇ ਜਿਹੜੀ ਮੈਂ ਦੀ ਬਿਰਤੀ ਆ, ਹੰਕਾਰ ਦੀ ਬਿਰਤੀ ਆ, ਹਉਮੈ ਦੀ ਬਿਰਤੀ ਆ ਉਹ ਛੱਡ ਦਿੱਤੀ ਆ। ਨਿਵਾਰ ਤੋਂ ਭਾਵ ਛੱਡ ਦਿੱਤੀ ਆ, ਤਲੇ ਤੋਂ ਭਾਵ ਥੱਲੇ ਸੁੱਟ ਦਿੱਤੀ ਆ। ਆਪ ਤੋਂ ਭਾਵ ਆਪਣਾ ਆਪ ਜਿਹੜਾ ਮਿਟਾ ਦੇਣਾ, ਕਿ ਆਪਣੀ ਜਿਹੜੀ ਹਸਤੀ ਆ ਉਹਨੂੰ ਮਿਟਾ ਕੇ ਅਤੇ ਗੁਰੂ ਦੀ ਹਸਤੀ ਨੂੰ ਜਿਹੜਾ ਵਾ ਉਹ ਸਭ ਕੁਛ ਮੰਨਿਆ, ਗੁਰੂ ਦੇ ਹੁਕਮ ਨੂੰ ਆਪਣੇ ਸਿਰ ਮੱਥੇ ਪ੍ਰਵਾਨ ਕੀਤਾ ਵਾ ਅਤੇ ਆਪਣਾ ਜਿਹੜਾ ਆਪਣਾ ਭਾਵ ਜਿਹੜਾ ਉਹਨੂੰ ਤਿਆਗਤਾ। ਜਾਣੀ ਕਿ ਆਪਾਂ ਕਹਿ ਸਕਦੇ ਸਿੱਧੇ ਸ਼ਬਦਾਂ ਦੇ ਵਿੱਚ ਗੁਰੂ ਪਿਆਰੀ ਸਾਧ ਸੰਗਤ ਜੀ ਕਿ ਆਪਣੀ ਜਿਹੜੀ ਹਉਮੈ ਆ ਉਹਨੂੰ ਛੱਡ ਕੇ ਅਤੇ ਗਰੀਬੀ ਸੁਭਾਅ ਜਿਹੜਾ ਵਾ ਉਹ ਧਾਰਨ ਕਰ ਲਿਆ ਵਾ। ਇਹ ਤਾਂ ਗਰੀਬੀ ਤੋਂ ਭਾਵ ਇਹ ਨਹੀਂ ਆ ਕਿ ਜਿਹੜਾ ਗਰੀਬ ਹੀ ਆ, ਇਹ ਤਾਂ ਭਾਵੇਂ ਅਮੀਰ ਹੋਵੇ ਭਾਵੇਂ ਗਰੀਬ ਹੋਵੇ, ਜਿਹਦੇ ਵਿੱਚ ਨਿਮਰਤਾ ਵਾ ਉਹਦੇ ਬਾਰੇ ਕਿਹਾ ਗਿਆ ਮਸਕੀਨੀਆਂ, ਕਿ ਜਿਨ੍ਹਾਂ ਦਾ ਜਿਹੜਾ ਸੁਭਾਅ ਵਾ ਉਹ ਨਿਮਰਤਾ ਵਾਲਾ ਵਾ। ਨਿਮਰਤਾ ਜਿਹੜੀ ਆ ਉਹ ਕਿਸੇ ਵਿੱਚ ਵੀ ਹੋ ਸਕਦੀ ਆ, ਉਹ ਅਮੀਰ ਦੇ ਵਿੱਚ ਵੀ ਹੋ ਸਕਦੀ ਆ ਅਤੇ ਗਰੀਬ ਦੇ ਵਿੱਚ ਵੀ ਹੋ ਸਕਦੀ ਆ। ਸੋ ਇੱਥੇ ਗੁਰੂ ਸਾਹਿਬਾਨ ਨੇ ਇਹ ਸਮਝਾਇਆ ਕਿ ਸੁਖੀ ਬਸੇ ਮਸਕੀਨੀਆਂ, ਕਿ ਜਿਹੜੇ ਗਰੀਬੀ ਸੁਭਾਅ ਵਾਲੇ ਆ, ਜਿਹੜੇ ਨਿਮਰਤਾ ਵਾਲੇ ਮਨੁੱਖ ਆ ਉਹ ਸੁਖੀ ਵਸਦੇ ਆ। ਉਹਨਾਂ ਦੇ ਵਿੱਚੋਂ ਮੈਂ ਮੇਰੀ ਜਿਹੜੀ ਖਤਮ ਹੋ ਜਾਂਦੀ ਆ, ਉਹ ਪਰਮਾਤਮਾ ਨੂੰ ਹੀ ਸਭ ਕੁਛ ਮੰਨਦੇ ਆ। ਗੁਰੂ ਸਾਹਿਬ ਕਹਿੰਦੇ ਵੱਡੇ ਵੱਡੇ ਅੰਕਾਰੀਆ
ਨਾਨਕ ਗਰਭ ਗਲੇ। ਕਹਿੰਦੇ ਵੱਡੇ ਵੱਡੇ ਜਿਹੜੇ ਹੰਕਾਰ ਕਰਨ ਵਾਲੇ ਜਿਹੜੇ ਮਨੁੱਖ ਆ, ਜਿਹੜੇ ਕਹਿ ਦਿੰਦੇ ਕਿ ਅਸੀਂ ਸਭ ਕੁਛ ਹਾਂ, ਜਿਹੜੇ ਦੁਨੀਆ ਜਿੱਤਣ ਵਾਲੇ ਕਹਿ ਸਕਦੇ ਹਾਂ ਆਪਾਂ, ਕਿ ਜਿਹੜੇ ਲੋਕਾਂ ਦੇ ਜ਼ੁਲਮ ਕਰਦੇ ਆ ਜਾਂ ਪਾਪ ਕਰਦੇ ਆ, ਜਾਂ ਹੰਕਾਰੀ ਮਨੁੱਖ ਜਿਹੜੇ ਆ, ਉਹ ਜਿਹੜੇ ਆ ਹੰਕਾਰ ਦੇ ਵਿੱਚ ਗਲ ਜਾਂਦੇ ਆ। ਪ੍ਰਾਈਡ ਹੈਥ ਫਾਲ, ਕਿ ਘਮੰਡ ਦਾ ਜਿਹੜਾ ਸਿਰ ਆ ਉਹ ਨੀਵਾਂ ਹੋ ਜਾਂਦਾ ਵਾ। ਕਹਿਣ ਤੋਂ ਭਾਵ ਕਿ ਜਦੋਂ ਆਪਾਂ ਵਿਚਾਰਾਂ ਕਰਦੇ ਹਾਂ, ਨਾਲ ਨਾਲ ਦੁਨਿਆਵੀ ਜਿਹੜੀਆਂ ਉਦਾਹਰਨਾਂ ਉਹ ਵੀ ਦੇਣੀਆਂ ਪੈਂਦੀਆਂ ਵਾ। ਕਿ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਜਿਹੜੇ ਕਹਿੰਦੇ ਆ ਕਿ ਭਾਈ ਅਸੀਂ ਸਭ ਕੁਛ ਕਰਦੇ ਹਾਂ, ਉਹ ਵੀ ਜਿਹੜੇ ਆ ਹੰਕਾਰ ਦੇ ਵਿੱਚ ਗਲ ਜਾਂਦੇ ਆ। ਕਿ ਜਿਵੇਂ ਤੁਸੀਂ ਮੰਨ ਲਓ, ਕਈ ਇਨਸਾਨ ਇਹੋ ਜਿਹੇ ਹੁੰਦੇ ਜਿਹੜੇ ਕਹਿੰਦੇ ਆ ਕਿ ਅਸੀਂ ਇਹ ਸਭ ਕੁਛ ਕੀਤਾ ਵਾ, ਜੇ ਮੈਂ ਨਾ ਕਰਦਾ ਤਾਂ ਫਿਰ ਨਹੀਂ ਸੀ ਹੋਣਾ। ਨਹੀਂ, ਇਹਨਾਂ ਨੂੰ ਇਹ ਭੁਲੇਖਾ ਵਾ, ਕਿਉਂਕਿ ਪ੍ਰਮਾਤਮਾ ਜਿਹੜਾ ਵਾ ਉਹਨੇ ਸਾਨੂੰ ਬਲ ਬਖਸ਼ਿਆ, ਹਿੰਮਤ ਬਖਸ਼ੀ, ਬੁੱਧੀ ਬਖਸ਼ੀ, ਤਾਕਤ ਬਖਸ਼ੀ ਤਾਂ ਹੀ ਹੁੰਦਾ। ਅਦਰਵਾਈਜ਼ ਕੋਈ ਵੀ ਮਨੁੱਖ ਜਿਹੜਾ ਵਾ ਕੁਛ ਨਹੀਂ ਕਰ ਸਕਦਾ ਜਦੋਂ ਤੱਕ ਪ੍ਰਮਾਤਮਾ ਦੀ ਮਿਹਰ ਨਹੀਂ ਹੁੰਦੀ। ਇਸ ਕਰਕੇ ਗੁਰੂ ਸਾਹਿਬਾਨ ਕਹਿੰਦੇ ਵੱਡੇ ਵੱਡੇ ਜਿਹੜੇ ਹੰਕਾਰੀ ਮਨੁੱਖ ਆ, ਉਹ ਵੀ ਜਿਹੜੇ ਆ ਗਲ ਜਾਂਦੇ ਆ। ਜਿਵੇਂ ਆਪਾਂ ਕਹਿ ਸਕਦੇ ਇੱਕ ਦੁਨਿਆਵੀ ਉਦਾਹਰਨ ਦੇ ਸਕਦੇ ਹਾਂ, ਕਿ ਜਿਹੜੇ ਪੱਕੇ ਹੋਏ ਸੇਬ ਆ ਜਿਹੜੇ ਗਲ ਜਾਂਦੇ ਆ, ਜਿਹੜੇ ਸੇਬ ਗਲ ਜਾਂਦੇ ਆ ਜਾਂ ਫਲ ਗਲ ਜਾਂਦੇ ਆ, ਉਹਨਾਂ ਨੂੰ ਕੋਈ ਨਹੀਂ ਖਾਂਦਾ। ਇਸੇ ਤਰ੍ਹਾਂ ਹੀ ਜਿਹੜੇ ਹੰਕਾਰੀ ਮਨੁੱਖ ਆ ਉਹਨਾਂ ਨੂੰ ਕੋਈ ਪਸੰਦ ਨਹੀਂ ਕਰਦਾ, ਉਹ ਵੀ ਗਲ ਜਾਂਦੇ ਆ। ਕਹਿਣ ਤੋਂ ਭਾਵ ਕਿ ਆਪਣੇ ਹੰਕਾਰ 'ਚ ਹੀ ਮਾਰੇ ਜਾਂਦੇ ਆ। ਇਸ ਕਰਕੇ ਕਦੀ ਵੀ ਹੰਕਾਰ ਨਹੀਂ ਕਰਨਾ ਚਾਹੀਦਾ, ਕਿਸੇ ਵੀ ਚੀਜ਼ ਦਾ ਨਹੀਂ ਕਰਨਾ ਚਾਹੀਦਾ। ਨਾ ਸਰੀਰ ਦਾ ਹੰਕਾਰ ਕਰਨਾ ਚਾਹੀਦਾ, ਨਾ ਮਾਇਆ ਦਾ ਹੰਕਾਰ ਕਰਨਾ ਚਾਹੀਦਾ, ਕਿਉਂਕਿ ਸਭ ਕੁਛ ਪਰਮਾਤਮਾ ਦੀਆਂ ਦਾਤਾਂ ਵਾ, ਪਰਮਾਤਮਾ ਨੇ ਦਿੱਤੀਆਂ। ਸਰੀਰ ਵੀ ਪਰਮਾਤਮਾ ਨੇ ਦਿੱਤਾ ਵਾ, ਧਨ ਦੌਲਤ ਵੀ ਪਰਮਾਤਮਾ ਹੀ ਦਿੰਦਾ ਵਾ। ਸੋ ਅਸੀਂ ਸਾਨੂੰ ਜਿਹੜਾ ਪਰਮਾਤਮਾ ਦਾ ਜਿਹੜਾ ਸ਼ੁਕਰ ਕਰਦੇ ਰਹਿਣਾ ਚਾਹੀਦਾ, ਉਹਦੇ ਗੁਣ ਗਾਉਣੇ ਚਾਹੀਦੇ ਆ, ਅਤੇ ਆਪਣੇ ਜੀਵਨ ਨੂੰ ਸਫਲ ਕਰਨਾ ਚਾਹੀਦਾ ਵਾ। ਅਤੇ ਆਪਣਾ ਸੁਭਾਅ ਜਿਹੜਾ ਨਿਮਰਤਾ ਵਾਲਾ ਰੱਖ ਕੇ ਜਿਹੜਾ ਦੁਨੀਆ ਦੇ ਵਿੱਚ ਵਿਚਰਨਾ ਚਾਹੀਦਾ ਵਾ। ਸਾਰਿਆਂ ਨੂੰ ਆਦਰ ਸਤਿਕਾਰ ਦੇਣਾ ਚਾਹੀਦਾ, ਪ੍ਰੇਮ ਨਾਲ ਰਹਿਣਾ ਚਾਹੀਦਾ ਵਾ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅੱਗੇ ਅਸ਼ਟਪਦੀ ਆਉਂਦੀ ਸਾਧ ਸੰਗਤ ਜੀ। ਜਿਸ ਕੈ ਅੰਤਰ ਰਾਜ ਬਿਮਾਨ, ਸੋ ਨਰਕ ਪਾਤੀ ਹੋਵਤ ਸੋਵਾਨ। ਗੁਰੂ ਸਾਹਿਬਾਨ ਫਰਮਾਉਂਦੇ ਆ ਕਿ ਜਿਹੜੇ ਰਾਜੇ ਦੇ ਅੰਦਰ ਰਾਜ ਦਾ ਬਿਮਾਨ ਆ, ਹੰਕਾਰ ਆ ਕਿ ਮੈਂ ਰਾਜਾ ਵਾਂ, ਅਤੇ ਤਸ਼ੱਦਦ ਕਰਦਾ, ਲੋਕਾਂ 'ਤੇ ਜ਼ੁਲਮ ਕਰਦਾ ਵਾ, ਪ੍ਰਜਾ ਦੀ ਜਿਹੜੀ ਸੇਵਾ ਕਰਨ ਦੀ ਬਜਾਏ ਉਹਨਾਂ ਦੀ ਭਲਾਈ ਦੀ ਜਗ੍ਹਾ ਉਹਨਾਂ ਦੇ ਵਿੱਚ ਉਹਨਾਂ 'ਤੇ ਤਸ਼ੱਦਦ ਕਰਦਾ ਵਾ, ਉਹਨਾਂ ਦੇ ਜਿਹੜਾ ਜ਼ੁਲਮ ਕਰਦਾ, ਅਤੇ ਉਹ ਜਿਹੜਾ ਵਾ ਹੰਕਾਰੀ ਰਾਜਾ ਜਿਹੜਾ ਵਾ ਉਹ ਨਰਕ ਦੇ ਵਿੱਚ ਜਾਂਦਾ ਵਾ। ਸੋ ਨਰਕ ਪਾਤੀ ਹੋਵਤ ਸਵਾਨ, ਜਿਵੇਂ ਸਵਾਨ ਇੱਥੇ ਕੁੱਤੇ ਨੂੰ ਕਿਹਾ ਗਿਆ ਵਾ, ਅਤੇ ਨਰਕ ਜਿਹੜਾ ਨਰਕ ਵਿੱਚ ਡਿੱਗਣ ਵਾਲਾ ਵਾ। ਕਹਿਣ ਤੋਂ ਭਾਵ ਇਹ ਆ ਕਿ ਜਿਹੜੇ ਜਿਸ ਕੇ ਅੰਤਰ ਰਾਜ ਅਭਿਮਾਨ, ਜਿਹਦੇ ਅੰਦਰ ਰਾਜ ਦਾ ਅਭਿਮਾਨ ਆ, ਕਹਿਣ ਤੋਂ ਭਾਵ ਕਿ ਜਿਹਦੇ ਵਿੱਚ ਹਉਮੈ ਆ, ਹੰਕਾਰ ਆ, ਉਹ ਜਿਹੜਾ ਰਾਜਾ ਵਾ ਜਾਂ ਜਿਹੜਾ ਵੀ ਮਨੁੱਖ ਆ, ਕੋਈ ਵੀ ਹੋ ਸਕਦਾ ਵਾ, ਜਿਹੜਾ ਰਾਜ ਕਰਦਾ ਵਾ, ਉਹ ਕਹਿੰਦੇ ਆ ਕਿ ਨਰਕਾਂ ਦੇ ਵਿੱਚ ਜਾਂਦਾ ਵਾ। ਅਤੇ ਜਿਵੇਂ ਉਹਨੂੰ ਕੁੱਤੇ ਦੀ ਨਿਆਂਈ ਕਿਹਾ ਗਿਆ, ਕਿ ਜਿਵੇਂ ਕੁੱਤੇ ਦੀ ਮੌਤ ਮਰਨਾ ਜਾਣੀ ਕਹਿ ਸਕਦੇ ਹਾਂ ਕਿ ਉਹਦਾ ਕੋਈ ਮੁੱਲ ਨਹੀਂ ਪੈਂਦਾ। ਕਹਿਣ ਤੋਂ ਭਾਵ ਇਹ ਆ ਕਿ ਉਹ ਨਰਕਾਂ ਦੇ ਵਿੱਚ ਡਿੱਗੇ ਹੋਏ ਆ। ਨਰਕ ਪਾਤੀ ਤੋਂ ਭਾਵ ਨਰਕਾਂ ਦੇ ਵਿੱਚ ਪੈਂਦੇ ਆ। ਜੋ ਜਾਣੇ ਮੈਂ ਜੋ ਬਣਵੰਤ, ਸੋ ਹੋਵਤ ਬਿਸ਼ਟਾ ਕਾ ਜੰਤ। ਜਿਹੜੇ ਮਨੁੱਖ ਆਪਣੇ ਆਪ ਨੂੰ ਬੜੇ ਸੋਹਣੇ ਸਮਝਦੇ ਆ, ਜਵਾਨ ਸਮਝਦੇ ਆ, ਬਲ ਵਾਲੇ ਸਮਝਦੇ ਆ, ਆਪਣੇ ਸਰੀਰ ਦਾ ਹੰਕਾਰ ਕਰਦੇ, ਰੰਗ ਰੂਪ ਦਾ ਹੰਕਾਰ ਕਰਦੇ ਆ, ਮਰਦ ਵੀ ਹੋ ਸਕਦੇ, ਔਰਤਾਂ ਵੀ ਹੋ ਸਕਦੀਆਂ, ਕਹਿੰਦੇ ਉਹ ਬਿਸ਼ਟਾ ਕਾ ਜੰਤ ਆ, ਕਿਉਂਕਿ ਇਹ ਜਿਹੜਾ ਜੋ ਬਣਿਆ ਸਦਾ ਨਹੀਂ ਰਹਿੰਦਾ।
ਬਾਲ ਅਵਸਥਾ ਜਿਹੜੀ ਬਾਲ ਅਤੇ ਜਵਾਨੀ ਬਿਰਧ ਜਿਹੜੀਆਂ ਤਿੰਨ ਅਵਸਥਾਵਾਂ ਆਉਂਦੀਆਂ। ਬਚਪਨ ਆਉਂਦਾ, ਜਵਾਨੀ ਆਉਂਦੀ ਆ, ਬੁਢੇਪਾ ਆਉਂਦਾ। ਔਰ ਇਹ ਇਸ ਕਰਕੇ ਜਿਹੜੀ ਜਵਾਨੀ ਆ ਹਮੇਸ਼ਾ ਨਹੀਂ ਰਹਿਣੀ। ਜਵਾਨੀ ਜਿਹੜੀ ਆ ਉਹ ਤੋਂ ਬਾਅਦ ਜਾਰਾਈ ਜੋਬਨ ਹਾਰਿਆ, ਕਹਿਣ ਤੋਂ ਭਾਵ ਕਿ ਜਦੋਂ ਜਵਾਨੀ ਚਲੇ ਜਾਂਦੀ ਆ ਬੁਢੇਪਾ ਆ ਜਾਂਦਾ ਵਾ ਅਤੇ ਸਾਡਾ ਜੋਬਨ ਵੀ ਜਿਹੜਾ ਵਾ ਜਦੋਂ ਸਾਡੇ ਮੂੰਹ ਦੇ ਵਿੱਚ ਆਪਣੇ ਅਸਲੀ ਦੰਦ ਵੀ ਨਹੀਂ ਰਹਿੰਦੇ, ਅੱਖਾਂ ਦੀ ਵੀ ਰੋਸ਼ਨੀ ਘੱਟ ਜਾਂਦੀ ਆ, ਸਰੀਰ ਦੀ ਤਾਕਤ ਵੀ ਘੱਟ ਜਾਂਦੀ ਆ। ਇਸ ਕਰਕੇ ਇਹ ਜੋਬਨ ਸਦਾ ਰਹਿਣ ਵਾਲਾ ਨਹੀਂ। ਇਸ ਕਰਕੇ ਇਹਦਾ ਜਿਹੜਾ ਵਾ ਹੰਕਾਰ ਨਹੀਂ ਕਰਨਾ ਚਾਹੀਦਾ ਜੋਬਨ ਦਾ, ਅਤੇ ਆਪਣੇ ਆਪ ਨੂੰ ਜਿਹੜਾ ਵਾ ਕਹਿਣਾ ਕਿ ਮੈਂ ਜਿਹੜਾ ਵਾ ਆਹ ਕਰ ਸਕਦਾ ਹਾਂ, ਜਾਂ ਆਪਣੇ ਆਪ 'ਤੇ ਜਿਹੜਾ ਬਹੁਤ ਜ਼ਿਆਦਾ ਪ੍ਰਾਊਡ ਜਿਹੜਾ ਕਰਨਾ। ਗੁਰੂ ਸਾਹਿਬਾਨ ਕਹਿੰਦੇ ਆ ਕਿ ਇਹ ਗਲਤ ਆ। ਆਪਣੀ ਸੁੰਦਰਤਾ ਦਾ, ਆਪਣੀ ਜਵਾਨੀ ਦਾ ਜਿਹੜਾ ਹੰਕਾਰ ਕਰਨਾ ਵਾ, ਕਹਿੰਦੇ ਉਹ ਕੀੜੇ ਦੀ ਤਰ੍ਹਾਂ ਵਾ, ਜਿਹੜਾ ਨਰਕ ਦਾ ਕੀੜਾ ਵਾ, ਜਿਹੜਾ ਨਾਲੀ ਦਾ ਕੀੜਾ ਵਾ, ਵਿਸ਼ਟਾ ਹੁੰਦਾ ਵਾ, ਵਿਸ਼ਟਾ ਕਾ ਜੰਤ, ਕਿ ਇੱਕ ਕੀੜੇ ਦੀ ਤਰ੍ਹਾਂ ਜਿਹੜਾ ਜਿਵੇਂ ਕਹਿ ਸਕਦੇ ਹਾਂ ਆਪਾਂ ਕਿ ਮਨੁੱਖ ਜਿਹੜਾ ਵਾ ਉਹ ਇੱਕ ਕੀੜੇ ਦੀ ਨਿਆਈ ਆ, ਕੁਛ ਵੀ ਨਹੀਂ ਹੈਗਾ। ਯਾਨੀ ਕਿ ਮਨੁੱਖ ਨੂੰ ਆਪਣੇ ਜਿਹੜਾ ਵਾ ਉੱਪਰ ਜਿਹੜਾ ਹੰਕਾਰ ਨਹੀਂ ਕਰਨਾ ਚਾਹੀਦਾ ਜੋਬਨ ਦਾ, ਕਿਉਂਕਿ ਇਹ ਵੀ ਪ੍ਰਮਾਤਮਾ ਨੇ ਆਪਾਂ ਨੂੰ ਬਖਸ਼ਿਆ ਸਰੀਰ। ਜੇ ਸੁੰਦਰ ਸਰੀਰ ਦਿੱਤਾ ਵਾ, ਤਾਕਤ ਦਿੱਤੀ ਅਤੇ ਪ੍ਰਮਾਤਮਾ ਦਿੱਤੀ ਆ। ਇਹਦਾ ਜਿਹੜਾ ਜੋਬਨ ਦਾ ਜਿਹੜਾ ਵਾ, ਜਿਹੜੀ ਜਵਾਨੀ ਆ, ਇਹਦਾ ਜਿਹੜਾ ਇਸਤੇਮਾਲ ਆ ਪਰਉਪਕਾਰ ਲਈ ਕਰਨਾ ਚਾਹੀਦਾ, ਕਿਸੇ ਦੇ ਭਲੇ ਵਾਸਤੇ ਕਰਨਾ ਚਾਹੀਦਾ ਵਾ, ਕਿਸੇ ਦਾ ਨੁਕਸਾਨ ਨਹੀਂ ਕਰਨਾ ਆਪਾਂ। ਜਵਾਨੀ ਜੇ ਆਪਣੀ 'ਤੇ ਹੈਗੀ ਆ, ਕਹਿਣ ਤੋਂ ਭਾਵ ਆਪਣਾ ਸੁੰਦਰ ਸਰੀਰ ਆ, ਅਸੀਂ ਜਿਹੜਾ ਲੋਕ ਕਲਿਆਣ ਵਿੱਚ ਵਰਤਣਾ ਵਾ, ਸਮਾਜ ਸੇਵਾ ਵਿੱਚ ਵਰਤਣਾ ਵਾ, ਗੁਰੂ ਅਤੇ ਗੁਰਮੁਖ ਬਣਨਾ ਵਾ, ਔਰ ਜਿਹੜੀ ਆ ਸਾਧ ਦੀ ਜਿਹੜੀ ਸੰਗਤ ਵਿੱਚ ਰਹਿ ਕੇ ਨਾਮ ਸਿਮਰਨ ਕਰਨਾ ਵਾ। ਜਵਾਨੀ ਦੇ ਵਿੱਚ ਪ੍ਰਮਾਤਮਾ ਨੂੰ ਜਿਹੜਾ ਵਾ ਉਹ ਜੇਕਰ ਸਿਮਰਾਂਗੇ ਉਹਦਾ ਜ਼ਿਆਦਾ ਫਲ ਮਿਲਦਾ, ਕਿਉਂਕਿ ਜਵਾਨੀ ਵਿੱਚ ਅਸੀਂ ਜ਼ਿਆਦਾ ਚਿਰ ਬੈਠ ਕੇ ਅਤੇ ਜ਼ਿਆਦਾ ਚਿਰ ਜਿਹੜੀ ਗੁਰਬਾਣੀ ਪੜ੍ਹ ਸਕਦੇ ਹਾਂ, ਕਿਉਂਕਿ ਉਸ ਸਮੇਂ ਜਿਹੜੀ ਸਾਡੀ ਸਿਹਤ ਸਹੀ ਹੁੰਦੀ ਹੈ। ਬੁਢੇਪੇ ਵਿੱਚ ਜਿਹੜੇ ਰੋਗ ਆ, ਬਿਮਾਰੀਆਂ ਜਿਹੜੀਆਂ ਵਾ ਉਹ ਸੁਭਾਵਿਕ ਹੀ ਆ ਜਾਂਦੀਆਂ, ਘੇਰ ਲੈਂਦੀਆਂ। ਇਸ ਕਰਕੇ ਜਵਾਨੀ ਦੇ ਵਿੱਚ ਜਿਹੜਾ ਵਾ ਪ੍ਰਮਾਤਮਾ ਨੂੰ ਜੇਕਰ ਜ਼ਿਆਦਾ ਸਿਮਰਿਆ ਜਾਵੇ ਅਤੇ ਉਹ ਜਿਹੜਾ ਉਹਦੇ ਨਾਲੋਂ ਵੀ ਜ਼ਿਆਦਾ ਬਿਹਤਰ ਹੈ। ਇਹ ਠੀਕ ਹੈ ਕਿ ਅਸੀਂ ਬੁਢੇਪੇ ਵਿੱਚ ਵੀ ਪ੍ਰਮਾਤਮਾ ਨੂੰ ਸਿਮਰ ਸਕਦੇ ਹਾਂ, ਪਰ ਜਵਾਨੀ ਦੇ ਵਿੱਚ ਅਸੀਂ ਜ਼ਿਆਦਾ ਜਿਹੜਾ ਵਾ, ਕਿਉਂਕਿ ਉਸ ਸਮੇਂ ਸਾਡੇ ਵਿੱਚ ਤਾਕਤ ਜਿਹੜੀ ਜਵਾਨੀ ਦੇ ਵਿੱਚ ਜ਼ਿਆਦਾ ਹੁੰਦੀ ਆ। ਇਸ ਕਰਕੇ ਸਾਨੂੰ ਪ੍ਰਮਾਤਮਾ ਦੇ ਭਾਵ ਵਿੱਚ ਰਹਿਣਾ ਚਾਹੀਦਾ ਵਾ, ਔਰ ਬੰਦਗੀ ਕਰਨੀ ਚਾਹੀਦੀ, ਪਰਮੇਸ਼ਰ ਨਾਲ ਜੁੜ ਕੇ ਰਹਿਣਾ ਚਾਹੀਦਾ ਵਾ, ਆਪਣੇ ਜੀਵਨ ਨੂੰ ਸੰਵਾਰਨਾ ਚਾਹੀਦਾ। ਅਦਰਵਾਈਜ਼ ਨਹੀਂ ਤਾਂ ਅਸੀਂ ਕੀੜੇ ਦੀ ਨਿਆਈ ਆ। ਵਿਸ਼ਟਾ ਦਾ ਕੀੜਾ ਹੁੰਦਾ, ਗੰਦਗੀ ਦਾ ਕੀੜਾ। ਆਪਸ ਕੋ ਕਰਮਵੰਤ ਕਹਾਵੇ, ਜਨਮ ਮਰੇ ਬਹੁ ਜੋਨ ਪਰਮਾਵੇ। ਗੁਰੂ ਸਾਹਿਬਾਨ ਕਹਿੰਦੇ ਕਈ ਬੰਦੇ ਆਪਣੇ ਆਪ ਨੂੰ ਬੜੇ ਕਰਮਵੰਤ ਕਹਾਉਂਦੇ ਆ। ਕਹਿੰਦੇ ਇਹੋ ਜਿਹੇ ਮਨੁੱਖ ਜਿਹੜੇ ਆ ਜੰਮਦੇ ਮਰਦੇ ਆ, ਜੰਮਣ ਮਰਨ ਦੇ ਚੱਕਰ 'ਚ ਪੈ ਜਾਂਦੇ ਆ, ਅਤੇ ਬਹੁਤ ਜੂਨ ਭਰਮਾਵੇ, ਬਹੁਤ ਸਾਰੀਆਂ ਜੂਨਾਂ ਦੇ ਵਿੱਚ ਜਿਹੜੇ ਆ ਭੌਂਦੇ ਫਿਰਦੇ ਆ, ਭਟਕਦੇ ਫਿਰਦੇ ਆ। ਕਿ ਜੇ ਕਰਮਵੰਤ ਤੋਂ ਭਾਵ ਹੁੰਦਾ ਕਿ ਚੰਗੇ ਕੰਮ ਕਰਨੇ। ਕਈ ਵਾਰੀ ਕਈ ਬੰਦੇ ਚੰਗੇ ਕਰਮ ਕਰਦੇ ਆ ਅਤੇ ਉਹਨਾਂ ਦਾ ਹੰਕਾਰ ਕਰ ਲੈਂਦੇ ਆ ਕਿ ਅਸੀਂ ਬਹੁਤ ਧਰਮੀ ਆ, ਅਸੀਂ ਜਿਹੜੇ ਇੰਨੇ ਵਧੀਆ ਕੰਮ ਕੀਤੇ ਆ, ਉਹ ਕੀਤਾ, ਗਣਾਉਂਦੇ ਆ, ਲੋਕਾਚਾਰੀ ਦੇ ਵਿੱਚ ਵਿਖਾਉਂਦੇ ਆ। ਕਹਿੰਦੇ ਆ ਕਿ ਠੀਕ ਆ, ਤੂੰ ਚੰਗੇ ਕੰਮ ਕਰਦਾ, ਇਹ ਤੇਰੇ ਵਾਸਤੇ ਵਧੀਆ ਗੱਲ ਆ। ਚੰਗੇ ਕੰਮ ਕਰਨੇ ਜਿਹੜੇ ਵਧੀਆ ਗੱਲ ਆ, ਕਿਉਂਕਿ ਪ੍ਰਮਾਤਮਾ ਨੇ ਵੀ, ਗੁਰੂ ਸਾਹਿਬਾਨਾਂ ਨੇ ਵੀ ਕਿਹਾ ਕਿ ਚੰਗੇ ਕੰਮ ਕਰਨੇ ਚਾਹੀਦੇ ਆ, ਪਰ ਚੰਗੇ ਕਰਮਾਂ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਜੇ ਅਸੀਂ ਨਾਮ ਜਪਦੇ ਹਾਂ, ਮਤਲਬ ਕਈ ਇਨਸਾਨ ਇਹੋ ਜਿਹੇ ਹੈਗੇ ਜਿਹੜੇ ਨਾਮ ਜਪਦੇ ਆ ਅਤੇ ਨਾਮ ਜਪਣ ਦਾ ਵੀ ਹੰਕਾਰ ਕਰ ਲੈਂਦੇ ਕਿ ਅਸੀਂ ਇੰਨੇ ਘੰਟੇ ਪਾਠ ਕਰਦੇ ਹਾਂ, ਇੰਨੇ ਘੰਟੇ ਬੰਦਗੀ ਕਰਦੇ ਹਾਂ, ਜਾਂ ਅਸੀਂ ਇੰਨੇ ਪੁੰਨ ਦਾਨ ਕੀਤੇ, ਜਾਂ ਅਸੀਂ ਇੰਨਾ ਕੁਛ ਕੀਤਾ। ਉਹ ਗਣਾ ਕੇ ਲੋਕਾਂ ਨੂੰ ਦੱਸਦੇ ਆ। ਗੁਰੂ ਸਾਹਿਬਾਨ ਕਹਿੰਦੇ ਇਹ ਦੱਸਣ ਦੀ ਕੋਈ ਲੋੜ ਨਹੀਂ। ਤੂੰ ਨਿਰਸਵਾਰਥ ਹੋ ਕੇ ਅਤੇ ਜਿੰਨਾ ਵੀ ਤੂੰ ਪ੍ਰਮਾਤਮਾ ਦੇ ਭਾਵ ਵਿੱਚ ਰਹਿ ਕੇ, ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਰਹਿ ਕੇ ਤੂੰ ਜਿਹੜੇ ਕਰਮ ਕਰ, ਪਰ ਕਦੀ ਆਪਣੇ ਆਪ ਨੂੰ ਇਹ ਨਾ ਕਹਿ ਕਿ ਮੈਂ ਕੀਤਾ ਇਹ ਸਭ ਕੁਛ। ਤੂੰ ਇਹ ਮਨੁੱਖ ਨਹੀਂ ਕੀਤਾ ਹੁੰਦਾ, ਕਹਿਣ ਤੋਂ ਭਾਵ ਕਿ ਤੂੰ ਨਹੀਂ ਕੀਤਾ, ਇਹ ਪ੍ਰਮਾਤਮਾ ਦੀ ਬਖਸ਼ਿਸ਼ ਹੋਈ। ਉਹਨੇ ਆਪਾਂ ਨੂੰ ਦਿੱਤਾ ਵਾ, ਧਨ ਦਿੱਤਾ ਵਾ, ਬਲ ਦਿੱਤਾ, ਸਭ ਕੁਛ ਦਿੱਤਾ, ਉਹਨੇ ਕਿਰਪਾ ਕੀਤੀ, ਤਾਂ ਹੀ ਇਹ ਹੋ ਸਕਿਆ ਵਾ। ਅਤੇ ਨਹੀਂ ਤਾਂ ਫਿਰ ਮਨੁੱਖ ਕਹਿੰਦੇ ਆ ਗੁਰੂ ਸਾਹਿਬਾਨ
ਕਿ ਜਨਮ ਮਰੇ ਬਹੁ ਜੂਨ ਭਰਮਾਵੇ। ਨਹੀਂ ਤਾਂ ਜਿਹੜਾ ਮਨੁੱਖ ਆ ਉਹ ਜਿਹੜਾ ਜਨਮ ਮਰਨ ਦੇ ਚੱਕਰ ਵਿੱਚ ਪੈ ਕੇ ਕਈ ਜੂਨਾਂ ਦੇ ਵਿੱਚ ਪੈਂਦਾ ਵਾ ਅਤੇ 84 ਦਾ ਗੇੜ ਜਿਹੜਾ ਵਾ ਉਹਦੇ ਦੇ ਵਿੱਚ ਫਿਰ ਪੈ ਜਾਂਦਾ। ਕਹਿਣ ਤੋਂ ਭਾਵ ਕਿ ਉਹਦੇ ਚੰਗੇ ਕੀਤੇ ਹੋਏ ਕੰਮ ਵੀ ਜਿਹੜੇ ਆ ਉਹ ਨਿਫਲ ਚਲੇ ਜਾਂਦੇ ਆ। ਇਸ ਕਰਕੇ ਕਦੀ ਵੀ ਆਪਣੇ ਕੰਮਾਂ ਦਾ ਗੁਮਾਨ ਨਹੀਂ ਕਰਨਾ, ਹੰਕਾਰ ਨਹੀਂ ਕਰਨਾ। ਜੇ ਚੰਗੇ ਕੰਮ ਕੀਤੇ ਆ ਅਤੇ ਉਹਨਾਂ ਦੇ ਕਦੀ ਇਹ ਨਹੀਂ ਕਹਿਣਾ ਕਿ ਮੈਂ ਕੀਤੇ ਆ, ਕਹਿਣਾ ਪ੍ਰਮਾਤਮਾ ਨੇ ਕਰਾਏ ਆ ਅਤੇ ਮੈਂ ਕੀਤੇ ਆ। ਉਹਦੀ ਕਿਰਪਾ ਹੋਈ ਮਾਲਕ ਦੀ, ਤਾਂ ਹੀ ਇਹ ਸੰਭਵ ਹੋ ਸਕਿਆ ਵਾ। ਗੁਰੂ ਨੇ ਕੀਤੇ ਆ, ਪ੍ਰਮਾਤਮਾ ਨੇ ਕੀਤੇ ਆ, ਉਹਦੀ ਬਖਸ਼ਿਸ਼ ਦੁਆਰਾ ਹੀ ਹੋਏ ਆ। ਤਨ ਭੂਮਿਕਾ ਜੋ ਕਰੇ ਗਮਾਨ, ਸੋ ਮੂਰਖ ਅੰਧਾ ਅਗਿਆਨ। ਕਈ ਮਨੁੱਖ ਧਨ ਦਾ, ਭੂਮੀ ਦਾ ਜਾਣੀ ਜ਼ਮੀਨ ਦਾ ਕਹਿੰਦੇ ਜਿਹੜੇ ਗੁਮਾਨ ਕਰਦੇ, ਹੰਕਾਰ ਕਰਦੇ ਆ। ਗੁਮਾਨ ਤੋਂ ਭਾਵ ਹੰਕਾਰ। ਕਹਿੰਦੇ ਉਹ ਮਨੁੱਖ ਮੂਰਖ ਆ। ਅੰਧਾ ਗਿਆਨ ਕਹਿਣ ਤੋਂ ਭਾਵ ਕਿ ਉਹ ਜਿਹੜੇ ਆ ਅਗਿਆਨੀ ਆ, ਉਹਨਾਂ ਨੂੰ ਜਿਹੜੀ ਆ ਗਿਆਨਤਾ ਦੀ ਘਾਟ ਆ। ਕਿਉਂਕਿ ਜਿਹੜੀ ਆ ਵੇਖੋ ਜਿੰਨੀ ਵੀ ਕਿਸੇ ਦੀ ਜ਼ਮੀਨ ਆ, ਜਾਇਦਾਦ ਆ, ਉਹ ਜਿੰਨਾ ਚਿਰ ਤੱਕ ਉਹ ਜਿਉਂਦਾ ਉਹਨਾਂ ਚਿਰ ਤੱਕ ਹੀ ਉਹਦੀ ਆ। ਅਤੇ ਜਦੋਂ ਉਹ ਇਸ ਸੰਸਾਰ ਨੂੰ ਛੱਡ ਜਾਂਦਾ ਵਾ ਅਤੇ ਜ਼ਮੀਨ ਜਾਇਦਾਦ ਉੱਥੇ ਹੀ ਰਹਿ ਜਾਂਦੀ, ਉਹ ਕਿਸੇ ਹੋਰ ਦੇ ਨਾਂ ਹੋ ਜਾਂਦੀ। ਬੇਸ਼ੱਕ ਭਾਵੇਂ ਉਹਦੇ ਧੀਆਂ ਪੁੱਤਰਾਂ ਦੇ ਨਾਂ ਹੁੰਦੀ ਹੈ ਜਾਂ ਸਕੇ ਸੰਬੰਧੀਆਂ ਦੀ ਹੁੰਦੀ ਆ, ਜਿਹਨੂੰ ਵੀ ਉਹਨੇ ਦਿੱਤੀ। ਇਸ ਕਰਕੇ ਕਦੀ ਵੀ ਆਪਣੀ ਜ਼ਮੀਨ ਜਾਇਦਾਦ, ਭੂਮੀ ਦਾ, ਪੈਸੇ ਦਾ ਹੰਕਾਰ ਕਦੀ ਨਹੀਂ ਕਰਨਾ ਚਾਹੀਦਾ। ਕਿਉਂਕਿ ਜੇਕਰ ਇਸ ਤਰ੍ਹਾਂ ਕਰਾਂਗੇ ਤਾਂ ਗੁਰੂ ਸਾਹਿਬਾਨ ਕਹਿੰਦੇ ਆ ਕਿ ਇਹੋ ਜਿਹੇ ਮਨੁੱਖ ਜਿਹੜੇ ਉਹ ਮੂਰਖ ਆ, ਉਹ ਅੰਧੇ ਆ, ਗਿਆਨੀ ਆ। ਕਹਿਣ ਤੋਂ ਭਾਵ ਕਿ ਉਹਨਾਂ ਨੂੰ ਸਮਝ ਨਹੀਂ ਹੈਗੀ ਕਿ ਇਹ ਜਿਹੜਾ ਧਨ ਦੌਲਤ ਆ ਸਭ ਪਰਮਾਤਮਾ ਦਾ ਹੀ ਦਿੱਤਾ ਹੋਇਆ ਵਾ। ਇਹ ਜ਼ਮੀਨ ਜਾਇਦਾਦ ਜਿਹੜੀ ਇੱਥੇ ਹੀ ਰਹਿ ਜਾਣੀ, ਸਾਡੇ ਮਰਨ ਤੋਂ ਬਾਅਦ ਨਾਲ ਨਹੀਂ ਜਾਣੀ। ਇਸ ਕਰਕੇ ਕਦੀ ਵੀ ਹੰਕਾਰ ਨਹੀਂ ਕਰਨਾ ਇਸ ਚੀਜ਼ ਦਾ। ਕਬੀਰ ਸਾਹਿਬ ਦਾ ਇੱਕ ਸਲੋਕ ਆ, ਕਬੀਰ ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਹੇਂਗੇ, ਪ੍ਰਾਣ ਜਾਹੇਂਗੇ ਛੂਟ। ਜੇਕਰ ਲੁੱਟਣਾ ਵਾ ਤਾਂ ਪ੍ਰਮਾਤਮਾ ਦੇ ਨਾਮ ਦੀ ਲੁੱਟੋ। ਕਹਿਣ ਤੋਂ ਭਾਵ ਕਿ ਪ੍ਰਮਾਤਮਾ ਦਾ ਨਾਮ ਜਿਹੜਾ ਜਪੋ। ਨਹੀਂ ਤਾਂ ਫਿਰ ਬੰਦਾ ਪਛਤਾਉਂਦਾ ਰਹਿ ਜਾਂਦਾ। ਜਦੋਂ ਜਿਹੜੇ ਆ ਸਵਾਸ ਨਿਕਲ ਜਾਂਦੇ ਸਰੀਰ ਦੇ, ਫਿਰ ਬੰਦੇ ਦੇ ਉਸ ਵੇਲੇ ਜਦੋਂ ਆਖਰੀ ਸਵਾਸਾਂ 'ਤੇ ਹੁੰਦਾ, ਫਿਰ ਉਹ ਕਹਿੰਦਾ ਵਾ ਕਿ ਯਾਰ ਪ੍ਰਮਾਤਮਾ ਦਾ ਨਾਮ ਲੈਂਦਾ ਤਾਂ ਚੰਗਾ ਸੀਗਾ। ਸੋ ਸਾਧ ਸੰਗਤ ਜੀ, ਇਸ ਕਰਕੇ ਧਨ ਭੂਮਿਕਾ ਜੋ ਕਰੇ ਗਮਾਨ, ਸੋ ਮੂਰਖ ਅੰਧਾ ਗਿਆਨ। ਗੁਰੂ ਸਾਹਿਬਾਨ ਫਰਮਾਉਂਦੇ ਆ ਕਿ ਉਹ ਮਨੁੱਖ ਜਿਹੜੇ ਮੂਰਖ ਆ, ਅਗਿਆਨੀ ਆ। ਅੰਧਾ ਤੋਂ ਭਾਵ ਇੱਥੇ ਮਨ ਕਰਕੇ ਅੰਧੇ ਆ, ਜਿਹੜੇ ਅੱਖਾਂ ਕਰਕੇ ਨਹੀਂ, ਮਨ ਕਰਕੇ, ਜਿਨ੍ਹਾਂ ਨੂੰ ਜਿਹੜੀ ਆ ਸਮਝ ਨਹੀਂ ਹੈਗੀ। ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਬੇਸਾਵੇ, ਨਾਨਕ ਈਹਾਂ ਮੁਕਤ ਆਗੇ ਸੁਖ ਪਾਵੇ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਕਿ ਜਿਹੜੇ ਮਨੁੱਖ ਦੇ ਵਿੱਚ ਨਿਮਰਤਾ ਆ ਗਈ, ਕਿਰਪਾ ਕਰਤੀ ਮਾਲਕ ਨੇ, ਜਿਹਦੇ ਹਿਰਦੇ ਵਿੱਚ ਨਿਮਰਤਾ ਆ ਗਈ, ਕਹਿੰਦੇ ਉਹ ਮਨੁੱਖ ਜਿਹੜਾ ਇੱਥੇ ਵੀ, ਲੋਕ ਦੇ ਵਿੱਚ ਵੀ ਅਤੇ ਪਰਲੋਕ ਦੇ ਵਿੱਚ ਵੀ ਜਿਹੜਾ ਵਾ ਸੁੱਖ ਪਾਉਂਦਾ ਵਾ, ਆਨੰਦ ਪਾਉਂਦਾ ਵਾ, ਉਹਨੂੰ ਹਰ ਥਾਂ ਵਡਿਆਈ ਮਿਲਦੀ ਆ। ਇਸ ਕਰਕੇ ਨਿਮਰਤਾ ਦੀ ਬੜੀ ਵੱਡੀ ਮਹਾਨਤਾ ਦੱਸੀ ਗੁਰੂ ਸਾਹਿਬਾਨ ਨੇ ਇਸ ਅਸ਼ਟਪਦੀ ਦੇ ਵਿੱਚ ਕਿ ਨਿਮਰਤਾ ਜਿਹੜਾ ਵਾ ਬੜਾ ਵੱਡਾ ਗੁਣ ਆ। ਨਿਮਰਤਾ ਨੂੰ ਧਾਰਨ ਕਰਨਾ ਚਾਹੀਦਾ ਵਾ। ਨਿਮਰ ਸੁਭਾਅ ਵਾਲਾ ਮਨੁੱਖ ਜਿਹੜਾ ਵਾ ਉਹ ਹਮੇਸ਼ਾ ਹੀ ਸੁੱਖ ਪਾਉਂਦਾ ਵਾ। ਨਾਨਕ ਨੀਵਾਂ ਜੋ ਚੱਲੇ, ਲੱਗੇ ਨਾ ਤੱਤੀ ਵਾਓ। ਕਿ ਜਿਹੜੇ ਮਨੁੱਖ ਨੀਵੇਂ ਰਹਿੰਦੇ ਆ, ਨਿਮਰਤਾ ਨਾਲ ਰਹਿੰਦੇ, ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ। ਇਸ ਕਰਕੇ ਭਾਵੇਂ ਸਾਡੇ ਵਿੱਚ ਮਾਣ ਹੈਗਾ ਵਾ, ਤਦ ਵੀ ਅਸੀਂ ਨਿਮਾਣੇ ਰਹਿਣਾ। ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ। ਅਰਦਾਸ ਵਿੱਚ, ਬੇਨਤੀ ਵਿੱਚ ਆਪਾਂ ਕਹਿੰਦੇ ਗੁਰੂ ਸਾਹਿਬ ਜਦੋਂ ਕਰਦੇ ਹਾਂ, ਆਪਾਂ ਗੁਰੂ ਸਾਹਿਬ ਅੱਗੇ ਜਦੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਰਦਾਸ ਬੇਨਤੀ ਕਰਦੇ ਹਾਂ, ਉਦੋਂ ਅਸੀਂ ਜਿਹੜੇ ਆ ਆਪਣੀ ਅਰਦਾਸ ਬੇਨਤੀ ਵਿੱਚ ਕਹਿੰਦੇ ਹਾਂ ਕਿ ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ। ਸੋ ਆਪਣੇ ਮਨ ਨੂੰ ਹਮੇਸ਼ਾ ਨੀਵਾਂ ਰੱਖਣਾ ਵਾ, ਮਨ ਦੇ ਵਿੱਚ ਨਿਮਰਤਾ ਰੱਖਣੀ ਆ। ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਿਸਾਵੇ। ਕਹਿੰਦੇ ਜਿਹੜੇ ਮਨੁੱਖ 'ਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਆ,
ਜਿਹਦੇ ਹਿਰਦੇ ਵਿੱਚ ਨਿਮਰਤਾ ਆ ਜਾਂਦੀ ਆ, ਗਰੀਬੀ ਤੋਂ ਭਾਵ ਨਿਮਰਤਾ, ਗਰੀਬੀ ਵਾਲਾ ਸੁਭਾਅ, ਉਹ ਫਿਰ ਜਿਹੜਾ ਮਨੁੱਖ ਆ, ਗੁਰੂ ਸਾਹਿਬਾਨ ਕਹਿੰਦੇ ਆ ਇੱਥੇ ਵੀ ਅਤੇ ਜਿਹੜਾ ਅੱਗੇ ਵੀ, ਮਰਨ ਤੋਂ ਬਾਅਦ ਵੀ, ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਉਹ ਹਰ ਜਗ੍ਹਾ ਜਿਹੜਾ ਸੁੱਖ ਪਾਉਂਦਾ ਵਾ। ਇਸ ਕਰਕੇ ਸਾਨੂੰ ਜਿਹੜਾ ਹਮੇਸ਼ਾ ਨਿਮਰਤਾ ਵਾਲਾ ਸੁਭਾਅ ਰੱਖਣਾ ਚਾਹੀਦਾ ਵਾ। ਕਦੀ ਵੀ ਹੰਕਾਰੀ ਨਹੀਂ ਬਣਨਾ ਚਾਹੀਦਾ, ਕਦੀ ਵੀ ਜਿਹੜਾ ਵਾ ਕਿਸੇ ਚੀਜ਼ ਦਾ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਨਾ ਸਾਨੂੰ ਜੋਬਨ ਦਾ ਹੰਕਾਰ ਕਰਨਾ ਚਾਹੀਦਾ, ਜਵਾਨੀ ਦਾ, ਨਾ ਸਾਨੂੰ ਰਾਜ ਅਭਿਮਾਨ ਕਰਨਾ ਚਾਹੀਦਾ ਵਾ, ਔਰ ਨਾ ਸਾਨੂੰ ਆਪਣੇ ਕਰਮਾਂ ਦਾ ਹੰਕਾਰ ਕਰਨਾ ਚਾਹੀਦਾ ਵਾ, ਅਤੇ ਨਾ ਹੀ ਸਾਨੂੰ ਧਨ ਜਿਹੜਾ ਜੋ ਬਣਿਆ, ਜਿਹੜੀ ਭੂਮੀ ਆ, ਜਾਇਦਾਦ ਆ, ਉਹਦਾ ਹੰਕਾਰ ਕਰਨਾ ਚਾਹੀਦਾ। ਇਸ ਪਦੇ ਦੇ ਵਿੱਚ ਇਹ ਗੁਰੂ ਸਾਹਿਬਾਨ ਨੇ ਫਰਮਾਇਆ ਵਾ। ਗੁਰੂ ਸਾਹਿਬਾਨ ਫਰਮਾਉਂਦੇ, ਧਨਵੰਤਾ ਹੋਏ ਕਿਆ ਗਰਬਾਵੇ, ਤ੍ਰਿਨ ਸ਼ਮਾਨ ਕਛ ਸੰਗ ਨਾ ਜਾਵੇ। ਕਹਿੰਦੇ ਆ ਕਿ ਕਈ ਇਨਸਾਨ ਜਿਹੜੇ ਆ, ਜਦੋਂ ਪੈਸਾ ਆ ਜਾਂਦਾ ਕੋਲ, ਜਦੋਂ ਜਾਇਦਾਦ ਕੋਲ ਹੁੰਦੀ ਆ, ਕਹਿੰਦੇ ਆ ਕਿ ਕੋਈ ਗਰਬ ਕਰਨ ਦੀ ਕੋਈ ਲੋੜ ਨਹੀਂ, ਹੰਕਾਰ ਕਿਉਂ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ। ਗੁਰੂ ਸਾਹਿਬਾਨ ਕਹਿੰਦੇ ਤ੍ਰਿਨ ਸ਼ਮਾਨ ਕਛ ਸੰਗ ਨਾ ਜਾਵੇ। ਕਹਿੰਦੇ ਘਾਹ ਦੇ ਤੀਲੇ ਵਾਂਗੂ ਕੁਛ ਨਾਲ ਨਹੀਂ ਜਾਣਾ, ਇੱਕ ਸੂਈ ਤੱਕ ਨਹੀਂ ਨਾਲ ਜਾਣੀ। ਬੰਦੇ ਦੇ ਨਾਲ ਇੱਕ ਸੂਈ ਜਿਹੜੀ ਆ ਨਾ, ਜਿਹੜੀ ਸਭ ਤੋਂ ਛੋਟੀ ਅਸੀਂ ਗਿਣ ਲੈਂਦੇ ਧਾਗਾ ਪਾਉਣ ਵਾਲੀ, ਜਾਂ ਇੱਕ ਘਾਹ ਦਾ ਤੀਲਾ ਜਿਹੜਾ ਵਾ, ਕੁਛ ਨਾਲ ਨਹੀਂ ਜਾਂਦਾ। ਬੰਦੇ ਦਾ ਸਭ ਕੁਛ ਇੱਥੇ ਰਹਿ ਜਾਂਦਾ। ਫਿਰ ਇਸ ਕਰਕੇ ਹੰਕਾਰ ਕਾਹਦਾ? ਇਹ ਸਿਰਫ ਉਹਨਾਂ ਚਿਰ ਤੱਕ ਕਿ ਜਿੰਨਾ ਚਿਰ ਤੱਕ ਸਾਡੇ ਵਿੱਚ ਸਵਾਸ ਆ, ਸਾਡੇ ਵਿੱਚ ਸਾਹ ਚੱਲਦੇ ਆ, ਜਿੰਨਾ ਚਿਰ ਤੱਕ ਸਾਡੀ ਸੁਰਤ ਕੰਮ ਕਰਦੀ, ਬੁੱਧੀ ਕੰਮ ਕਰਦੀ ਆ, ਸਰੀਰ ਚੱਲਦਾ। ਜਦੋਂ ਸਾਡਾ ਸਰੀਰ ਜਿਹੜਾ ਵਾ ਸਾਥ ਨਹੀਂ ਦਿੰਦਾ, ਕਹਿਣ ਤੋਂ ਭਾਵ ਜਾਂ ਜਦੋਂ ਸਰੀਰ ਤੋਂ ਅਸੀਂ ਜਦੋਂ ਮੁਕਤ ਹੋ ਜਾਂਦੇ ਹਾਂ, ਜਦੋਂ ਇਸ ਪੰਖੇਰੂ ਜਿਹੜੇ ਡਾਰੀ ਮਾਰ ਜਾਂਦੇ, ਜਦੋਂ ਦੁਨੀਆ ਤੋਂ ਰੁਖਸਤ ਹੋ ਜਾਂਦਾ ਬੰਦਾ, ਫਿਰ ਸਭ ਕੁਛ ਇੱਥੇ ਹੀ ਰਹਿ ਜਾਂਦਾ। ਫਿਰ ਤੀਲੇ ਦੇ ਨਿਆਏ ਵੀ ਕੁਛ ਨਹੀਂ ਨਾਲ ਜਾਂਦਾ। ਇਸ ਕਰਕੇ ਇਸ ਹੰਕਾਰ ਜਿਹੜਾ ਬਿਲਕੁਲ ਨਹੀਂ ਕਰਨਾ ਕਿਸੇ ਵੀ ਚੀਜ਼ ਦਾ। ਬਹੁ ਲਸ਼ਕਰ ਮਨੁੱਖ ਉੱਪਰ ਕਰੇ ਆਸ, ਪਲ ਪੀਤਰ ਤਾਂ ਕਾ ਹੋਏ ਵਿਨਾਸ਼। ਬਹੁਤ ਲਸ਼ਕਰ ਹੁੰਦਾ ਵਾ ਕਿ ਕਈ ਵਾਰੀ ਅਸੀਂ ਕਈਆਂ ਦੇ ਵੱਡੇ ਵੱਡੇ ਮਨੁੱਖਾਂ ਦੀ ਬੜੀ ਆਸ ਕਰਦੇ ਹਾਂ। ਕਿਸੇ ਤਗੜੇ ਮਨੁੱਖ ਦੀ ਆਸ ਕਰ ਲੈਂਦੇ ਕਿ ਅਮੀਰ ਬੜਾ ਵਾ, ਇਹਦੇ ਕੋਲ ਬਹੁਤ ਸਾਰਾ ਧਨ ਆ, ਉਹਦੇ ਨਾਲ ਦੋਸਤੀ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਆਸ ਰੱਖਦੇ ਹਾਂ। ਪਰ ਉਹ ਸਾਡੀ ਆਸ ਜਿਹੜੀ ਆ, ਉਹ ਕਈ ਵਾਰੀ ਨਿਰਾਸ਼ਾ ਵਿੱਚ ਬਦਲ ਜਾਂਦੀ ਆ, ਕਿਉਂਕਿ ਉਹ ਕਈ ਵਾਰੀ ਸਾਡੀਆਂ ਆਸਾਂ ਦੇ ਅਨੁਕੂਲ ਨਹੀਂ ਕੰਮ ਕਰਦਾ, ਜਾਂ ਕਈ ਵਾਰੀ ਉਹ ਜਿਹੜਾ ਵਾ ਉਹ ਸਾਡੀ ਉਮੀਦਾਂ 'ਤੇ ਖਰਾ ਨਹੀਂ ਉਤਰਦਾ, ਅਤੇ ਕਈ ਵਾਰੀ ਉਹਦਾ ਵੀ ਜਿਹੜਾ ਵਿਨਾਸ਼ ਹੋ ਜਾਂਦਾ, ਖਤਮ ਹੋ ਜਾਂਦਾ ਵਾ। ਇਸ ਕਰਕੇ ਮਨੁੱਖੀ ਟੇਕ ਬਿਰਤੀ ਸਭ ਜਾਨ ਦੇਣੇ ਕੋ ਏਕ ਭਗਵਾਨ। ਇਸ ਕਰਕੇ ਕਦੀ ਵੀ ਜਿਹੜੀ ਆ ਕਿਸੇ ਵੱਡੇ ਮਨੁੱਖ ਦੀ ਜੇਕਰ ਅਸੀਂ ਸਮਝੀਏ ਕਿ ਸਾਡਾ ਸਹਾਰਾ ਬਣੂਗਾ, ਅਤੇ ਉਹ ਜਿਹੜਾ ਵਾ ਪਲ ਭੀਤਰ ਤਾਂ ਕਾ ਹੋਏ ਵਿਨਾਸ਼। ਪਲ ਤੋਂ ਭਾਵ ਕਿ ਬਹੁਤ ਥੋੜ੍ਹੇ ਸਮੇਂ ਵਿੱਚ, ਭੀਤਰ ਤੋਂ ਭਾਵ ਵਿੱਚ, ਜਿਹੜਾ ਵਾ ਉਹਦਾ ਨਾਸ਼ ਹੋ ਜਾਂਦਾ ਵਾ। ਕਹਿਣ ਤੋਂ ਭਾਵ ਕਿ ਜੇ ਆਸ ਕਰਨੀ ਤਾਂ ਉਸ ਪਰਮਾਤਮਾ ਦੀ ਕਰੋ, ਉਸ ਪਰਮੇਸ਼ਰ ਦੀ ਕਰੋ। ਵਿਸ਼ਵਾਸ ਆਪਣੇ 'ਤੇ ਰੱਖੋ, ਆਸ ਪਰਮਾਤਮਾ 'ਤੇ ਰੱਖੋ। ਅਤੇ ਕਿਸੇ ਮਨੁੱਖ ਦੀ ਜੇਕਰ ਆਸ ਰੱਖੋਗੇ ਤਾਂ ਤੁਹਾਨੂੰ ਕਿਸੇ ਵੇਲੇ ਵੀ ਜਿਹੜਾ ਵਾ ਨਿਰਾਸ਼ ਕਰ ਸਕਦਾ ਵਾ। ਇਸ ਕਰਕੇ ਕਦੀ ਵੀ ਜਿਹੜਾ ਵਾ, ਕਿਉਂਕਿ ਉਹ ਮਨੁੱਖ ਜਿਹੜਾ ਸਦਾ ਥਿਰ ਰਹਿਣ ਵਾਲਾ ਨਹੀਂ। ਜੇ ਉਸ ਮਨੁੱਖ ਨੂੰ ਦਿੱਤਾ ਵਾ ਤਾਂ ਉਹ ਵੀ ਪਰਮਾਤਮਾ ਨੇ ਦਿੱਤਾ ਵਾ। ਇਸ ਕਰਕੇ ਕਦੀ ਵੀ ਇਹ ਨਹੀਂ ਸੋਚਣਾ ਕਿ ਇਸ ਪਰਮਾਤਮਾ ਤੋਂ ਵੱਡਾ ਜਿਹੜਾ ਕੋਈ ਨਹੀਂ ਹੈਗਾ। ਇਸ ਕਰਕੇ ਹਮੇਸ਼ਾ ਪਰਮਾਤਮਾ ਦਾ ਨਾਮ ਜਪਣਾ ਵਾ, ਉਹਦੇ ਗੁਣ ਗਾਉਣੇ ਆ, ਕਿਸੇ ਬੰਦੇ ਦੇ ਗੁਣ ਨਹੀਂ ਗਾਉਣੇ, ਉਸ ਪਰਮੇਸ਼ਰ ਦੇ ਗੁਣ ਗਾਉਣੇ ਆ, ਅਤੇ ਉਹਦੀ ਆਸ ਹੀ ਰੱਖਣੀ ਪਰਮੇਸ਼ਰ ਦੀ। ਹਮੇਸ਼ਾ ਹੀ ਜਿਹੜਾ ਜ਼ਿੰਦਗੀ ਦੇ ਵਿੱਚ ਜੇਕਰ ਅਸੀਂ ਕਾਮਯਾਬ ਹੋਣਾ, ਫਿਰ ਪਰਮਾਤਮਾ 'ਤੇ ਆਸ ਰੱਖੋ, ਆਪਣੇ ਆਪ 'ਤੇ ਵਿਸ਼ਵਾਸ ਰੱਖੋ, ਮਿਹਨਤ ਕਰੋ, ਸੱਚੀ ਕਿਰਤ ਕਰੋ, ਔਰ ਨਾਮ ਜਪੋ, ਪਰਮੇਸ਼ਰ ਦਾ ਜਿਹੜਾ ਨਾਮ ਜਪੋ, ਅਤੇ ਆਪਣੀ ਕਿਰਤ ਕਮਾਈ ਜਿਹੜੀ ਕਰਦੇ ਰਹੋ। ਗੁਰੂ ਮਹਾਰਾਜ ਆਪੇ ਬਰਕਤਾਂ ਪਾ ਕੇ ਤੁਹਾਨੂੰ ਵੀ ਜਿਹੜਾ ਸੋਹਣਾ ਜੀਵਨ ਬਣਾਉਣ ਦੇ ਕਾਬਲ ਬਣਾ ਦੇਗਾ, ਯੋਗ ਬਣਾ ਦੇਗਾ, ਸਮਰੱਥ ਬਣਾ ਦੇਗਾ। ਸਭ ਤੇ ਆਪ ਜਾਣੇ ਬਲਵੰਤ, ਖਿਨ ਮੈਂ ਹੋਏ ਜਾਏ ਪਸਮੰਤ। ਕਈ ਇਨਸਾਨ ਜਿਹੜੇ ਆ ਉਹ ਆਪਣੇ ਆਪ ਨੂੰ ਬੜੇ ਬਲ ਵਾਲੇ ਕਹਿੰਦੇ ਆ,
ਬਲ ਤੋਂ ਭਾਵ ਬਲਵੰਤ, ਜਿਹੜੇ ਵੱਡੇ ਵੱਡੇ ਜਿਹੜੇ ਬਲ ਜਿਹੜਾ ਕਿਸੇ ਵੀ ਕਿਸਮ ਦਾ ਹੋ ਸਕਦਾ, ਜਿਹਨੂੰ ਪਾਵਰ ਕਹਿ ਦਿੰਦੇ ਆਪਾਂ ਅੰਗਰੇਜ਼ੀ ਦੇ ਵਿੱਚ। ਕਈ ਵਾਰੀ ਮੈਨ ਪਾਵਰ ਕਹਿ ਦਿੰਦੇ ਆ। ਕਈ ਬੰਦਿਆਂ ਦੇ ਕੋਲ ਬਹੁਤ ਬਹੁਤ ਜਿਹੜੇ ਆ ਉਹਨਾਂ ਦੇ ਜਿਹੜੇ ਨਾਲ ਜਿਹੜੇ ਬਾਡੀਗਾਰਡ ਹੁੰਦੇ ਆ, ਕਹਿਣ ਤੋਂ ਭਾਵ ਕਿ ਚੇਲੇ ਬਾਲੇ। ਅਤੇ ਕਈ ਵਾਰੀ ਜਿਹੜੇ ਆ ਕਈਆਂ ਦੇ ਵਿੱਚ ਤਾਕਤ ਬੜੀ ਹੁੰਦੀ ਆ। ਕਈਆਂ ਨੇ ਕੁਛ ਮਤਲਬ ਕਈਆਂ ਨੇ ਕਈ ਤਰ੍ਹਾਂ ਕਰਕੇ ਜਿਹੜੀ ਸ਼ਕਤੀ ਹਾਸਲ ਕੀਤੀ ਹੁੰਦੀ ਆ। ਕਹਿੰਦੇ ਖਿੰਨਵੇਂ ਹੋਏ ਜਾਏ ਪਸਮੰਤ, ਉਹ ਇੱਕ ਖਿੰਨ ਦੇ ਵਿੱਚ 1 ਮਿੰਟ ਨਹੀਂ ਲੱਗਦਾ ਅਤੇ ਉਹ ਭਸਮ ਹੋ ਜਾਂਦੇ ਆ, ਸਵਾਹ ਹੋ ਜਾਂਦੇ ਆ, ਮਿੱਟੀ ਹੋ ਜਾਂਦੇ ਆ। ਕਈ ਵਾਰੀ ਕਈ ਬੜੇ ਬੜੇ ਵੱਡੇ ਸਰੀਰ ਹੁੰਦੇ ਆ, ਆਪਾਂ ਵੇਖਦੇ ਹਾਂ ਚੰਗੇ ਚੰਗੇ ਸਰੀਰਾਂ ਵਾਲੇ ਜਿਹੜੇ ਮਨੁੱਖ ਆ, ਉਹ ਵੀ ਜਿਹੜੇ ਆ ਮਿੰਟਾਂ ਦੇ ਸਕਿੰਟਾਂ ਵਿੱਚ ਆਪਣੇ ਪ੍ਰਾਣ ਜਿਹੜੇ ਆ ਤਿਆਗ ਦਿੰਦੇ ਆ। ਕਹਿਣ ਤੋਂ ਭਾਵ ਕਿ ਇਸ ਕਰਕੇ ਕਦੀ ਵੀ ਆਪਣੇ ਸਰੀਰ ਦਾ ਜਿਹੜਾ ਵਾ ਬਲ ਦਾ ਜਿਹੜਾ ਵਾ ਆਪਣੀ ਤਾਕਤ ਦਾ ਜਿਹੜਾ ਵਾ ਉਹ ਹੰਕਾਰ ਨਹੀਂ ਕਰਨਾ ਚਾਹੀਦਾ। ਨਾ ਆਪਣੇ ਰਾਜ ਦਾ ਹੰਕਾਰ ਕਰਨਾ ਚਾਹੀਦਾ ਵਾ, ਨਾ ਆਪਣੇ ਸਰੀਰ ਦਾ ਹੰਕਾਰ ਕਰਨਾ ਚਾਹੀਦਾ ਵਾ, ਕਿਉਂਕਿ ਇਹ ਜਿਹੜੇ ਆ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਭਸਮ ਹੋ ਜਾਂਦੇ ਆ, ਕੋਈ ਬਹੁਤਾ ਟਾਈਮ ਨਹੀਂ ਲੱਗਦਾ। ਇਸ ਕਰਕੇ ਹਮੇਸ਼ਾ ਨਿਮਰਤਾ ਵਾਲਾ ਸੁਭਾਅ ਰੱਖਣਾ ਵਾ। ਗੁਰੂ ਸਾਹਿਬਾਨ ਨੇ ਇਸ ਜਿਹੜੀ ਆ ਅਸ਼ਟਪਦੀ ਦੇ ਵਿੱਚ ਸਾਰੀ ਇਹੋ ਹੀ ਸਮਝਾਇਆ ਕਿ ਨਿਮਰਤਾ ਜਿਹੜੀ ਆ ਉਹਦੇ ਬੜੇ ਵੱਡੇ ਲਾਭ ਹੈ ਸਾਨੂੰ। ਹਮੇਸ਼ਾ ਨਿਮਰਤਾ ਵਾਲਾ ਹੀ ਸੁਭਾਅ ਰੱਖੋਗੇ ਅਤੇ ਸੁਖੀ ਵਸੋਗੇ। ਸੁਖੀ ਵਸੇ ਮਸਕੀਨੀਆਂ ਆਪ ਨਿਵਾਰ ਤਲੇ। ਆਪਣੇ ਜਿਹੜੇ ਆਪ ਨੂੰ ਮਾਰ ਕੇ, ਆਪਣੀ ਹਉਮੈ ਨੂੰ ਮਾਰ ਕੇ, ਹੰਕਾਰ ਨੂੰ ਖਤਮ ਕਰਕੇ ਅਤੇ ਜਿਹੜੀ ਆ ਗਰੀਬੀ ਸੁਭਾਅ ਜਿਹੜਾ ਰੱਖਣਾ ਵਾ, ਨਿਮਰਤਾ ਵਾਲਾ ਸੁਭਾਅ ਰੱਖਣਾ ਵਾ। ਕਿਸੇ ਨਾ ਬੱਧੇ ਆਪ ਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਕਿਸੇ ਨਾ ਬੱਧੇ ਆਪ ਹੰਕਾਰੀ, ਕਿਸੇ ਦੀ ਪਰਵਾਹ ਨਹੀਂ ਜਿਹੜੀ ਕਰਦੇ। ਕਈ ਮਨੁੱਖ ਇਹੋ ਜਿਹੇ ਹੈਗੇ ਆ, ਜਦੋਂ ਉਹਨਾਂ ਕੋਲ 4 ਪੈਸੇ ਆ ਜਾਂਦੇ ਆ ਜਾਂ 4 ਜਿਹੜੇ ਕਹਿ ਸਕਦੇ ਆ ਕੋਈ ਪਦਾਰਥ ਆ ਜਾਂਦੇ ਆ, ਅਤੇ ਉਹ ਆਪਣੇ ਆਪ ਨੂੰ ਬੜੇ ਵੱਡੇ ਲੈਂਡ ਲੋਰਡ ਜਾਂ ਹੰਕਾਰੀ ਸਮਝ ਹੋ ਜਾਂਦੇ ਆ ਕਿ ਅਸੀਂ ਆ ਸਭ ਕੁਛ, ਅਸੀਂ ਇੰਝ ਕਰ ਲੈਣਾ, ਉਹ ਕਰ ਲੈਣਾ ਵਾ। ਕਹਿੰਦੇ ਪਰ ਵੇਖੋ ਧਨ ਦੌਲਤ ਦੇ ਨਾਲ ਠੀਕ ਆ ਕਿ ਸੁੱਖ ਸਹੂਲਤਾਂ ਮਿਲ ਜਾਂਦੀਆਂ ਵਾ, ਕਿਉਂਕਿ ਮਾਇਆ ਜਿਹੜੀ ਗੁਜਰਾਨ ਆ, ਮਾਇਆ ਦੀ ਜ਼ਰੂਰਤ ਆ। ਪਰ ਇਹ ਨਹੀਂ ਕਿ ਮਾਇਆ ਨੂੰ ਹੀ ਸਭ ਕੁਝ ਸਮਝ ਲੈਣਾ। ਪੈਸਾ ਧੇਲਾ ਜਿਹੜਾ ਵਾ ਉਹ ਸਾਡੀਆਂ ਡੇਲੀ ਨੀਡਸ ਵਾਸਤੇ, ਸਾਡੇ ਜੀਵਨ ਵਾਸਤੇ ਜ਼ਰੂਰੀ ਆ, ਕਿਉਂਕਿ ਇਸ ਤੋਂ ਬਿਨਾਂ ਜਿਹੜਾ ਗੁਜ਼ਾਰਾ ਨਹੀਂ ਚੱਲਦਾ। ਪਰ ਇਹ ਹੈ ਕਿ ਜੇਕਰ ਇਹਨਾਂ ਦਾ ਹੰਕਾਰ ਕਰ ਲਏ ਬੰਦਾ ਕਿ ਜਿਹੜਾ ਵਾ ਇਹ ਸਾਰਾ ਮੈਂ ਹੀ ਖੋਲ੍ਹਾਂ ਕਿਸੇ ਕੋਲੋਂ, ਜਾਂ ਇਹ ਮੇਰੇ ਵਰਗਾ ਕੋਈ ਹੈਗਾ ਹੀ ਨਹੀਂ। ਹੁਣ ਮਤਲਬ ਕਹਿਣ ਤੋਂ ਭਾਵ ਕਿ ਕਿਸੇ ਵੀ ਚੀਜ਼ ਦਾ ਹੰਕਾਰ ਕਰਕੇ ਜਦੋਂ ਬੰਦਾ ਨੁਕਸਾਨ ਕਰਦਾ ਵਾ, ਕਹਿੰਦੇ ਧਰਮ ਰਾਏ ਤਿਸ ਕਰੇ ਖੁਆਰੀ। ਫਿਰ ਪਰਮਾਤਮਾ ਜਿਹੜਾ ਵਾ ਉਹਨੂੰ ਖੁਆਰੀ ਕਰਦਾ ਵਾ। ਖੁਆਰੀ ਤੋਂ ਭਾਵ ਹੁੰਦਾ ਖੱਜਲ ਖੁਆਰ ਹੁੰਦਾ, ਪਰੇਸ਼ਾਨ ਹੁੰਦਾ। ਫਿਰ ਉਹ ਜਦੋਂ ਉਹਦੇ ਕੋਲੋਂ ਜਿਹੜੀ ਆ ਇਹ ਜਿਹੜੀ ਮਾਇਆ ਖੁੱਸਦੀ ਆ, ਜਦੋਂ ਗਵਾਚਦੀ ਆ ਜਾਂ ਚੋਰੀ ਹੁੰਦੀ ਆ ਜਾਂ ਲੁੱਟੀ ਜਾਂਦੀ ਆ ਜਾਂ ਕਿਸੇ ਵੇਲੇ ਕਈ ਤਰ੍ਹਾਂ ਕਰਕੇ ਜਿਹੜੀ ਨਾਸ਼ ਹੋ ਜਾਂਦੀ ਆ, ਕਈ ਕਾਰਨ ਹੋ ਸਕਦੇ ਆ, ਫਿਰ ਉਹ ਬੰਦਾ ਜਿਹੜਾ ਪਰੇਸ਼ਾਨ ਹੁੰਦਾ ਵਾ। ਇਸ ਕਰਕੇ ਮਾਇਆ ਹੀ ਸਭ ਕੁਛ ਨਹੀਂ ਹੁੰਦੀ। ਮਾਇਆ ਠੀਕ ਹੈ ਕਿ ਸਾਡੇ ਲਈ ਜ਼ਰੂਰੀ ਵੀ ਆ, ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਮਾਇਆ ਕਰਕੇ ਹੀ ਹੁਣ ਸਭ ਕੁਛ ਜਿਹੜਾ ਵਾ ਕਿਸੇ ਨੂੰ, ਜਿਵੇਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ ਕਿ ਕਿਸੇ ਇਨਸਾਨ ਨੂੰ ਇਨਸਾਨ ਹੀ ਨਾ ਸਮਝੀਏ। ਅਤੇ ਇਸ ਕਰਕੇ ਕਦੀ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਮਾਇਆ ਦਾ, ਨਹੀਂ ਤਾਂ ਖੱਜਲ ਖੁਆਰੀ ਜਿਹੜੀ ਆ ਉਹ ਪੱਲੇ ਪੈਂਦੀ ਆ। ਗੁਰ ਪ੍ਰਸਾਦ ਜਾਂ ਕਾ ਮਿਟੇ ਬਿਮਾਨ, ਸੋ ਜਨ ਨਾਨਕ ਦਰਗਹਿ ਪਰਵਾਨ। ਗੁਰੂ ਦੀ ਕਿਰਪਾ ਦੇ ਨਾਲ ਜਿਹਦੇ ਮਨ ਦਾ ਅਭਿਮਾਨ ਮਿਟ ਜਾਂਦਾ ਵਾ, ਹੰਕਾਰ ਮਿਟ ਜਾਂਦਾ। ਹੰਕਾਰ ਕਦੋਂ ਮਿਟਦਾ ਵਾ? ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ। ਗੁਰ ਪ੍ਰਸਾਦ ਜਾਂ ਕਾ ਮਿਟੇ ਬਿਮਾਨ। ਗੁਰੂ ਸਾਹਿਬ ਕਹਿੰਦੇ ਆ ਕਿ ਉਹ ਜਾਂ ਨਾਨਕ ਸੋ ਜਨ ਨਾਨਕ ਦਰਗਹਿ ਪ੍ਰਵਾਨ। ਉਹ ਜਿਹੜਾ ਜਾਣਿਆ, ਉਹ ਜਿਹੜਾ ਮਨੁੱਖ ਆ, ਉਹ ਜਿਹੜਾ ਇਨਸਾਨ ਆ, ਉਹ ਦਰਗਾਹ ਦੇ ਵਿੱਚ ਗੁਰੂ ਦੇ ਹਰ ਜਗ੍ਹਾ ਉਹਨੂੰ ਆਦਰ ਸਤਿਕਾਰ ਮਿਲਦਾ ਵਾ। ਉਹਨੂੰ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਹਰ ਜਗ੍ਹਾ ਜਿਹੜਾ ਉਹਨੂੰ ਮਾਣ ਸਤਿਕਾਰ ਮਿਲਦਾ ਵਾ। ਇਸ ਕਰਕੇ ਗੁਰੂ ਸਾਹਿਬਾਨ ਜਿਹੜੇ ਆ ਸਾਨੂੰ ਸਮਝਾਉਂਦੇ ਆ ਕਿ ਕਦੀ ਵੀ ਜਿਹੜਾ ਹੰਕਾਰ ਨਹੀਂ ਜਿਹੜਾ ਕਰਨਾ ਚਾਹੀਦਾ।
ਹਉਮੈ ਨਾਮੇ ਨਾਲ ਵਿਰੋਧ ਹੈ। ਅਤੇ ਹਮੇਸ਼ਾ ਹੀ ਜਿਹੜਾ ਵਾ ਹਉਮੈ ਜਿਹੜੀ ਆ ਅਤੇ ਨਾਮ ਜਿਹੜੇ ਆ ਇਹਨਾਂ ਦਾ ਇੱਕ ਦੂਜੇ ਦੇ ਨਾਲ ਜਿਹੜਾ ਵਾ ਵਿਰੋਧ ਹੈ। ਕਹਿਣ ਤੋਂ ਭਾਵ ਕਿ ਨਿਮਰਤਾ ਰੱਖਣੀ ਆ, ਨਿਮਰਤਾ ਵਾਲਾ ਸੁਭਾਅ ਰੱਖਣਾ ਵਾ। ਗੁਰਬਾਣੀ ਦੇ ਵਿੱਚ ਇਹੋ ਸਾਨੂੰ ਸਮਝਾਇਆ ਹੈਗਾ, ਗੁਰੂ ਸਾਹਿਬਾਨ ਨੇ ਸਾਨੂੰ ਉਪਦੇਸ਼ ਦਿੱਤੇ ਆ। ਅਸੀਂ 2 ਪਦੇ ਕੀਤੇ, ਅੱਜ ਆਪਾਂ ਵਿਚਾਰਾਂ ਕੀਤੀਆਂ 2 ਪਦਿਆਂ ਦੀਆਂ, 12ਵੀਂ ਅਸ਼ਟਪਦੀ ਦੀਆਂ। ਔਰ ਵਿਚਾਰਾਂ ਕਰਦਿਆਂ ਜਿਹੜੀਆਂ ਆਪਾਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਜਿਹੜੀਆਂ ਹੋ ਗਈਆਂ ਹੋਣਗੀਆਂ, ਕਿਉਂਕਿ ਇਨਸਾਨ ਆ ਆਪਾਂ। ਇਨਸਾਨ ਜਿਹੜਾ ਭੁੱਲਣ ਹਾਰਿਆ, ਅਤੇ ਸਾਧ ਸੰਗਤ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਉਹ ਭੁੱਲਾਂ ਜਿਹੜੇ ਬਖਸ਼ਣਯੋਗ ਨੇ। ਭੁੱਲਾਂ ਦੀ ਜਿਹੜੀ ਆ ਮਾਫੀ ਦੇਣੀ, ਖਿਮਾ ਕਰਨਾ, ਅਤੇ ਜਿਹੜੇ ਗੁਰੂ ਦੇ ਉਪਦੇਸ਼ਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਵਾ। ਭੁੱਲਾਂ ਜਿਹੜੀਆਂ ਵਾ ਉਹ ਦਾਸ ਦੀ ਝੋਲੀ ਵਿੱਚ ਪਾ ਦਿਓ, ਅਤੇ ਜਿਹੜੀਆਂ ਭੁੱਲਾਂ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਿਓ, ਅਤੇ ਗੁਰੂ ਦੇ ਉਪਦੇਸ਼ਾਂ ਨੂੰ ਜਿਹੜਾ ਆਪਣੇ ਹਿਰਦੇ ਵਿੱਚ ਪੱਕਾ ਕਰ ਲਓ। ਕਿਉਂਕਿ ਗੁਰੂ ਸਾਹਿਬਾਨ ਨੇ ਸਾਨੂੰ ਸਾਧ ਸੰਗਤ ਜੀ ਇਹੋ ਹੀ ਸਮਝਾਇਆ ਵਾ ਕਿ ਆਪਾਂ ਜਿਹੜਾ ਨਿਮਰਤਾ ਵਾਲਾ ਜਿਹੜਾ ਵਾ ਇਸ ਅਸ਼ਟਪਦੀ ਦੇ ਵਿੱਚ ਸੁਭਾਅ ਰੱਖਣਾ ਵਾ। ਇਹੋ ਦੱਸਿਆ ਵਾ ਕਿ ਨਿਮਰਤਾ ਜਿਹੜੀ ਆ ਉਹ ਸਭ ਤੋਂ ਵੱਡਾ ਜਿਹੜਾ ਗੁਣ ਆ, ਮਨੁੱਖ ਦਾ ਗਹਿਣਾ ਵਾ। ਇਸ ਕਰਕੇ ਕਦੀ ਵੀ ਕਿਸੇ ਚੀਜ਼ ਦਾ ਕੋਈ ਹੰਕਾਰ ਨਹੀਂ ਕਰਨਾ, ਨਾ ਧਨ ਦਾ ਕਰਨਾ, ਨਾ ਭੂਮੀ ਦਾ ਕਰਨਾ, ਨਾ ਜੋਬਨ ਦਾ ਕਰਨਾ। ਕਹਿਣ ਤੋਂ ਭਾਵ ਕਿ ਇਹਨਾਂ ਚੀਜ਼ਾਂ ਦੇ ਹੰਕਾਰ ਕਰਨ ਦੇ ਨਾਲ ਸਾਨੂੰ ਖੱਜਲ ਖੁਆਰੀ ਮਿਲਣੀ ਆ। ਇਸ ਕਰਕੇ ਹਮੇਸ਼ਾ ਜਿਹੜੀ ਆ ਨਿਮਰਤਾ ਵਾਲਾ ਸੁਭਾਅ ਰੱਖ ਕੇ ਅਤੇ ਲੋਕਾਂ ਦੇ ਵਿੱਚ ਅਸੀਂ ਵਿਚਰਨਾ ਵਾ, ਅਤੇ ਸਾਰਿਆਂ ਨਾਲ ਪ੍ਰੇਮ ਰੱਖਣਾ ਵਾ, ਹਰੇਕ ਦੀ ਇੱਜ਼ਤ ਕਰਨੀ ਆ। ਬੇਸ਼ੱਕ ਸਾਡੇ ਕੋਲ ਜਿੰਨੇ ਮਰਜ਼ੀ ਪੈਸੇ ਆ, ਭਾਵੇਂ ਅਸੀਂ ਜੋ ਕੁਝ ਮਰਜ਼ੀ ਵੀ ਹੈਗਾ ਵਾ, ਜਿੰਨਾ ਮਰਜ਼ੀ ਕੋਈ ਅਮੀਰ ਆ, ਪਰ ਉਹ ਕਦੀ ਵੀ ਆਪਣੀ ਅਮੀਰੀ ਦਾ ਹੰਕਾਰ ਨਾ ਕਰੇ, ਨਿਮਰਤਾ ਵਾਲਾ ਸੁਭਾਅ ਰੱਖੇ। ਅਤੇ ਗਰੀਬ ਵੀ ਜਿਹੜਾ ਵਾ, ਇੱਥੇ ਜਿਹੜੀ ਆ ਗੁਰੂ ਸਾਹਿਬਾਨ ਨੇ ਸਾਨੂੰ ਇਹੋ ਉਪਦੇਸ਼ ਦਿੱਤਾ ਵਾ ਕਿ ਜ਼ਰੂਰੀ ਨਹੀਂ ਕੋਈ ਧਨ ਕਰਕੇ ਜਿਹੜਾ ਹੰਕਾਰ ਕਰਦਾ ਵਾ। ਕਈ ਵਾਰੀ ਕਈ ਬੰਦੇ ਵੈਸੇ ਹੀ ਬੜਾ ਆਪਣੇ ਜੋਬਨ ਦਾ ਹੰਕਾਰ ਕਰਦੇ ਆ। ਕਹਿਣ ਤੋਂ ਭਾਵ ਇਹ ਆ ਕਿ ਕਦੀ ਵੀ ਗੁਰੂ ਸਾਹਿਬਾਨ ਨੇ ਕਿਹਾ ਕਿਸੇ ਵੀ ਚੀਜ਼ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਇਹ ਮਿੰਟ ਹੀ ਲੱਗਦੇ ਆ ਅਤੇ ਪਲਾਂ ਵਿੱਚ ਨਾਸ਼ ਹੋ ਜਾਂਦਾ ਵਾ। ਇਸ ਕਰਕੇ ਗੁਰੂ ਦੇ ਜਿਹੜੀ ਇਹ ਕਿਰਪਾ ਜਿਹੜੀ ਜਦੋਂ ਪਰਮਾਤਮਾ ਦੀ ਹੋ ਜਾਂਦੀ ਆ, ਅਤੇ ਫਿਰ ਜਿਹੜੇ ਇਸ ਕਰਕੇ ਕਦੀ ਵੀ ਨਿਮਰਤਾ ਰੱਖਣੀ ਆ। ਅਤੇ ਹਮੇਸ਼ਾ ਜਿਹੜਾ ਨਿਮਰਤਾ ਵਾਲੇ ਜਿਹੜੇ ਮਨੁੱਖ ਆ ਉਹ ਜਿਹੜੇ ਆ ਸਭ ਕੁਛ ਪਾ ਲੈਂਦੇ ਆ, ਉਹ ਦਰਗਾਹ ਦੇ ਵਿੱਚ ਪ੍ਰਵਾਨ ਹੁੰਦੇ ਆ। ਨਿਵੇਂ ਸੋ ਗੌਰਾ ਹੋਏ, ਕਿ ਜਿਹੜਾ ਨੀਵਾਂ ਮਨੁੱਖ ਆ ਉਹ ਮਿੱਠ ਅਤੇ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਕਹਿਣ ਤੋਂ ਭਾਵ ਇਹ ਆ ਕਿ ਜਿੰਨਾ ਵੀ ਅਸੀਂ ਕੋਸ਼ਿਸ਼ ਕਰਨੀ ਜੀਵਨ ਦੇ ਵਿੱਚ ਨਿਮਰਤਾ ਰੱਖਣੀ ਆ, ਅਤੇ ਗੁਰੂ ਸਾਹਿਬ ਦੇ ਦਰਸਾਏ ਹੋਏ ਮਾਰਗ 'ਤੇ ਚੱਲਣਾ ਵਾ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਵਾ, ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਜਿਹੜਾ ਵਾ ਜ਼ਿੰਦਗੀ ਵਿੱਚ ਕਮਾਉਣਾ ਵਾ। ਅਤੇ ਹੰਕਾਰ ਨੂੰ ਕਦੀ ਵੀ ਆਪਣੇ ਮਨ ਵਿੱਚ ਨਹੀਂ ਲਿਆਉਣਾ, ਕਿਉਂਕਿ ਹੰਕਾਰ ਹਮੇਸ਼ਾ ਜਿਹੜਾ ਵਾ ਉਹ ਨਾਸ਼ ਦਾ ਕਾਰਨ ਬਣਦਾ ਵਾ। ਇਸ ਕਰਕੇ ਜਿਹੜਾ ਵਾ ਆਪਣੇ ਆਪ ਨੂੰ ਹਮੇਸ਼ਾ ਨਿਮਰਤਾ ਵਾਲਾ ਸੁਭਾਅ ਰੱਖਣਾ। ਜਿੰਨਾ ਮਰਜ਼ੀ ਭਾਵੇਂ ਕਿਸੇ ਦਾ ਰਾਜ ਆ, ਉਹ ਵੀ ਜਿਹੜਾ ਵਾ ਰਾਜਾ ਵੀ ਜਿਹੜਾ ਵਾ ਉਹ ਵੀ ਪ੍ਰਜਾ ਦੀ ਭਲਾਈ ਵਾਸਤੇ ਹੀ ਹੁੰਦਾ ਵਾ, ਪ੍ਰਜਾ ਦੇ ਕਲਿਆਣ ਵਾਸਤੇ ਕੰਮ ਕਰਦਾ ਵਾ ਉਹ। ਇਸ ਕਰਕੇ ਸਾਰਿਆਂ ਨੂੰ ਗੁਰੂ ਸਾਹਿਬਾਨ ਨੇ ਉਪਦੇਸ਼ ਦਿੱਤਾ ਵਾ। ਵੱਖ ਵੱਖ ਜਿਹੜੇ ਆ ਗੁਰੂ ਸਾਹਿਬਾਨ ਨੇ ਜਿਹੜੇ ਆ ਬਿੰਬ ਵਰਤੇ, ਇੱਥੇ ਸਮਝਾਇਆ ਵਾ ਕਿ ਕਿਸੇ ਵੀ ਚੀਜ਼ ਦਾ ਕੋਈ ਹੰਕਾਰ ਨਹੀਂ ਕਰਨਾ ਚਾਹੀਦਾ, ਅਤੇ ਹਮੇਸ਼ਾ ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਜਿਹੜਾ ਗੁਜ਼ਾਰਨਾ ਚਾਹੀਦਾ, ਨਾਮ ਸਿਮਰਨ ਕਰਨਾ ਚਾਹੀਦਾ, ਅਤੇ ਨਿਮਰਤਾ ਵਾਲਾ ਸੁਭਾਅ ਰੱਖਣਾ ਚਾਹੀਦਾ ਵਾ। ਸੋ ਬਹੁਤ ਸਾਰੀਆਂ ਜਿਹੜੀਆਂ ਵਿਚਾਰਾਂ ਆਪਾਂ ਕਰ ਸਕਦੇ ਹਾਂ ਇਸ ਅਸ਼ਟਪਦੀ 'ਤੇ, ਅਤੇ ਗੁਰੂ ਸਾਹਿਬਾਨ ਜਿਹੜੇ ਕਿਰਪਾ ਕਰਨ। ਆਪਾਂ ਜਿਹੜੀਆਂ ਜਿੰਨੀਆਂ ਵਿਚਾਰਾਂ ਕਰੀ ਜਾਓ ਗੁਰੂ ਸਾਹਿਬ ਦੀ ਬਾਣੀ ਦੀਆਂ, ਓਨੀਆਂ ਹੀ ਥੋੜ੍ਹੀਆਂ ਪੈ ਜਾਂਦੀਆਂ ਵਾ, ਕਿਉਂਕਿ ਇਹ ਜਿਹੜਾ ਵਾ ਥਾਹ ਸਮੁੰਦਰ ਆ, ਇਹਦਾ ਕੋਈ ਅੰਤ ਨਹੀਂ। ਅਤੇ ਆਪਾਂ ਇਹੋ ਸਿੱਖਿਆ ਲੈਣੀ ਆ ਕਿ ਹਮੇਸ਼ਾ ਨਿਮਰਤਾ ਵਾਲਾ ਸੁਭਾਅ ਰੱਖ ਕੇ ਸਾਧ ਸੰਗਤ ਜੀ ਸਾਰਿਆਂ ਦੇ ਨਾਲ ਜਿਹੜਾ ਵਿਚਰਨਾ ਵਾ। ਕਦੀ ਵੀ ਆਪਣੀ ਜਿਹੜਾ ਵਾ ਮਾਣ ਹੁੰਦਿਆਂ ਹੋਏ ਨਿਮਾਣਾ, ਤਾਣ ਹੁੰਦਿਆਂ ਹੋਏ ਨਿਤਾਣਾ। ਕਹਿਣ ਤੋਂ ਭਾਵ ਕਿ ਭਾਵੇਂ ਸਾਡੇ ਵਿੱਚ ਜ਼ੋਰ ਵੀ ਆ, ਤਦ ਵੀ ਅਸੀਂ ਜਿਹੜਾ ਵਾ ਨਿਮਾਣੇ ਬਣ ਕੇ ਰਹਿਣਾ ਵਾ, ਅਤੇ ਭਾਵੇਂ ਸਾਡੇ ਵਿੱਚ ਬਾਹੂਬਲੀ ਵੀ ਹੋਣ, ਜਿਹੜੇ ਬਲਵੰਤ ਜਿਹੜੇ ਆ ਉਹਨਾਂ ਨੂੰ ਵੀ ਨਿਮਰਤਾ ਨਾਲ ਰਹਿਣਾ ਪੈਣਾ ਵਾ। ਕਹਿਣ ਤੋਂ ਭਾਵ ਕਿ ਖਿੰਨਵੇਂ ਹੋਏ ਜਾਏ ਪਸਮੰਤ, ਕਿ ਮਿੰਟ ਨਹੀਂ। ਇਸ ਕਰਕੇ ਕਦੀ ਵੀ ਕਿਸੇ ਚੀਜ਼ ਦਾ ਕੋਈ ਹੰਕਾਰ ਨਹੀਂ ਕਰਨਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਬਹੁਤ ਸਾਰੀਆਂ ਦਾਸ ਕੋਲੋਂ ਜਿਹੜੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਨੇ, ਜਾਣ ਬੱਚੇ ਜਾਣ ਕੇ ਜਿਹੜਾ ਵਾ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਜਿਹੜੇ ਮਾफ़ ਕਰਨ ਯੋਗ ਨੇ, ਔਰ ਆਪ ਸਾਧ ਸੰਗਤ ਜੀ ਸਾਰੇ ਜਿਹੜੇ ਆ ਉਹ ਖਿਮਾ ਕਰਨਾ। ਹੋਈਆਂ ਭੁੱਲਾਂ ਦੀ ਜਿਹੜੀ ਖਿਮਾ
ਅਤੇ ਗੁਰੂ ਦੇ ਉਪਦੇਸ਼ਾਂ ਨੂੰ ਆਪਣੇ ਹਿਰਦੇ ਵਿੱਚ ਕਮਾਉਣਾ ਵਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ ਜੀ ਅਤੇ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।